ਨਾਜਰ ਸਿੰਘ ਮਾਨਸੀਆ ਜੀ ਦੇ ਨਾਲ, ਜੋ ਕਿ ਸਾਬਕਾ MLA ਮਾਨਸਾ ਦੇ ਵਿੱਚ, ਤੇ ਜਾਣਾਂਗੇ ਅੱਜ ਦੇ ਜੋ ਹਾਲਾਤ ਨੇਗੇ ਆਪਣੇ ਪਾਰਟੀ ਦੇ, ਤੇ ਬਾਕੀ ਜੋ ਪਾਰਟੀ ਸਰਕਾਰ ਜੋ ਗਤੀਵਿਧੀਆਂ ਨੇ ਉਹਨਾਂ ਦੀ ਜੋ ਵੀ ਵਿਚਾਰਧਾਰਾ ਹੈ ਉਹਨਾਂ ਦੇ ਵਿਰੁੱਧ ਜੋ ਵੀ ਇਹਨਾਂ ਦੀ ਸ਼ਿਕਾਇਤਾਂ ਨੇ ਜਾਂ ਦੱਸ ਰਹੇ ਨੇ ਪੰਜਾਬ ਦੇ ਲਈ ਜੇ ਨਹੀਂ ਠੀਕ ਉਹ ਨਹੀਂ ਠੀਕ, ਉਸ ਬਾਰੇ ਵੀ ਆਪਾਂ ਡਿਸਕਸ ਕਰਾਂਗੇ। ਤੇ ਪਹਿਲਾਂ ਜਾਣਕਾਰੀ ਲੈਣੇ ਇਹਨਾਂ ਦੇ ਇਸ ਲਾਈਨ ਦੇ ਵਿੱਚ ਆਉਣ ਦੇ ਲਈ। ਸਰ ਸਤਿ ਸ਼੍ਰੀ ਅਕਾਲ। ਪਹਿਲਾਂ ਪ੍ਰੋਗਰਾਮ ਜੀ ਸਤਿ ਸ਼੍ਰੀ ਅਕਾਲ ਸਰ। ਸਰ ਪਹਿਲਾਂ ਤਾਂ ਤੁਹਾਡਾ ਇੱਕ ਨਾਮ ਤੋਂ ਅਸੀਂ ਥੋੜ੍ਹਾ ਜਿਹਾ ਜਾਣਕਾਰੀ ਲੈਣਾ ਚਾਹੁੰਦੇ, ਜਿਸ ਤਰ੍ਹਾਂ ਕਿ ਤੁਹਾਡਾ ਨਾਜਰ ਸਿੰਘ ਮਾਨਸੀਆ ਹੈ, ਇਹ ਥੋੜਾ ਦੱਸੋਗੇ ਛੋਟ ਕਰ ਵੀ ਮਾਨਸੀ ਹੈ, ਮਾਨਸਾ ਦੇ ਨਾਮ ਦੇ ਨਾਲ ਅਟੈਚਮੈਂਟ ਹੋਇਆ ਜਾਂ ਕਿਸ ਤਰ੍ਹਾਂ ਕਿਸੇ ਇਹਨੂੰ ਦੇਖੋ ਇਸ ਤਰ੍ਹਾਂ ਹੈ ਵੀ ਹਰ ਤਰ੍ਹਾਂ ਦੀਆਂ ਇੱਕ ਨਾ ਲੋਕਾਂ ਦੀਆਂ ਕਹਾਣੀਆਂ ਹੁੰਦੀਆਂ ਨੇ ਜੀ। ਮਤਲਬ ਕੁਛ ਤਾਂ ਮਾਨਸ਼ਾ ਜਾਂ ਇੱਕੋ ਗੱਲ ਹੁੰਦੀ ਹੈ, ਸਾਨੂੰ ਮਾਨਸਾ ਕਰਕੇ ਤੇ ਹੋ ਸਕਦਾ ਸਾਡੇ ਬਜ਼ੁਰਗਾਂ ਦੀ ਕੋਈ ਗੱਲ ਇਸ ਤਰ੍ਹਾਂ ਦੀ ਬਾਤ ਕੀਤੀ ਹੋਵੇ ਉਸ ਵੇਲੇ ਦੇ ਸਿਸਟਮ ਦੇ ਵਿੱਚ ਵੀ ਉਹਨਾਂ ਨੂੰ ਇਸ ਤਰ੍ਹਾਂ ਕਿਤਾਬ ਮਿਲ ਗਿਆ ਹੋਵੇ, ਜਿਹੜੇ ਮਾਨਸ਼ਾਹੀਏ ਨੇ, ਸ਼ਾਹ ਨੇ, ਉਸ ਤਰ੍ਹਾਂ ਦਾ ਦੱਸਦੇ ਹੁੰਦੇ ਨੇ ਬਜ਼ੁਰਗ। ਮੈਨੂੰ ਬਹੁਤਾ ਪਤਾ ਨਹੀਂ ਹੈ ਇਸ ਬਾਰੇ। ਤੇ ਅਦਰਵਾਈਜ਼ ਮਾਨਸਾ ਨਾਲ ਹੀ ਸਮਝ ਲਓ ਤੁਸੀਂ ਵੀ ਸਾਡੇ ਉੱਥੇ 3-4 ਪਿੰਡ ਨੇ, ਰਮਦਿੱਤੇ ਵਾਲਾ, ਜਵਾਰ ਕੇ, ਚਕੇਰੀਆਂ, ਇਟਸੈਲ, ਮਾਨਸਾ, ਜਿੱਥੇ ਸਾਡੀ ਜ਼ਿਆਦਾ ਕੰਸਨਟ੍ਰੇਸ਼ਨ ਆ ਮਾਨਸ਼ਾਹੀਆਂ ਦੀ। ਇਹ ਮਤਲਬ ਜੋ ਨਾਮ ਹੈ ਪਿੱਛੇ ਮਤਲਬ ਹਾਂ ਜਿਹੜੀ ਇੱਕ ਸਬ ਕਾਸਟ ਹੀ ਹੈ ਜਿਹੜੀ ਮਾਨ ਦੀ ਤਰ੍ਹਾਂ ਮਾਨਸ਼ਾਹੀ ਹੈ। ਠੀਕ ਹੈ ਸਰ। ਸਰ ਗੱਲ ਕਰਦੇ ਆਪਾਂ ਹੁਣ ਪੋਲਿਟਿਕਸ ਦੀ। ਸੁਣਨ 'ਚ ਇਹ ਆ ਵੀ ਤੁਸੀਂ ਬੜੇ ਸਮੇਂ ਤੋਂ ਪਿਛਲੇ ਦੇ ਸਰਕਾਰ ਦੇ ਮਤਲਬ ਇੱਕ ਅਹੁਦੇ 'ਤੇ ਵਧੀਆ ਕੰਮ ਕਰਦੇ ਸੀ, ਵਰਕ ਕਰਦੇ ਸੀਗੇ। ਉਸ ਵਰਕ ਤੋਂ ਬਾਅਦ ਤੁਸੀਂ ਮਤਲਬ ਇਸ ਲਾਈਨ ਦੇ ਵਿੱਚ ਆਏ ਹੋਗੇ। ਪਹਿਲਾਂ ਜਿੱਥੇ ਕਿ ਤੁਹਾਡਾ ਇੰਟਰਸਟ ਬਿਲਕੁਲ ਨਹੀਂ ਸੀ, ਤੁਹਾਡੀ ਫੈਮਿਲੀ ਦੇ ਵਿੱਚ ਤੁਹਾਡੇ ਬ੍ਰਦਰ ਇਸ ਲਾਈਨ ਦੇ ਵਿੱਚ ਸੀਗੇ, ਪੋਲਿਟਿਕਸ ਦੇ ਵਿੱਚ। ਤੁਸੀਂ ਸਰ ਕਿਸ ਟਾਈਮ ਦੇ ਵਿੱਚ ਇਸ ਵਿੱਚ ਆਏ ਤੇ ਕਿੱਦਾਂ ਤੁਹਾਡਾ ਇੰਟਰਸਟ ਬਣਿਆ ਇਸ ਲਾਈਨ ਦੇ ਵਿੱਚ? ਧਾਲੀਵਾਲ ਸਾਹਿਬ ਇਸ ਤਰ੍ਹਾਂ ਹੈ ਵੀ ਮੇਰਾ ਆਪਣਾ ਪਰਸਨਲ ਇੰਟਰਸਟ ਕੋਈ ਨਹੀਂ ਸੀ ਜੀ, ਪਰ ਮੇਰੇ ਬ੍ਰਦਰ ਕਰਕੇ ਸਾਡੇ ਨਾਲ ਕੁਛ ਇਸ ਤਰ੍ਹਾਂ ਦਾ ਪੱਖਪਾਤ ਜਿਹਾ ਹੁੰਦਾ ਰਿਹਾ। ਪੱਖਪਾਤ ਇਹ ਹੀ ਨਹੀਂ ਵੀ ਮੇਰਾ ਕੋਈ ਪਰਸਨਲ ਮੈਨੂੰ ਕੋਈ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਜੀ, ਪਰ ਪੋਲੀਟੀਕਲੀ ਇਹ ਹੁੰਦਾ ਸੀ ਵੀ ਜਦੋਂ ਤੋਂ ਬੀਬਾ ਹਰਸਿਮਰਤ ਕੌਰ ਸਾਡੇ ਬਠਿੰਡਾ ਜ਼ੋਨ ਤੋਂ, ਬਠਿੰਡਾ ਲੋਕ ਸਭਾ ਹਲਕੇ ਤੋਂ ਇਲੈਕਸ਼ਨ ਲੜਨੇ ਸ਼ੁਰੂ ਹੋਏ ਸੀ। 2009 ਤੋਂ ਪਹਿਲੀ ਇਲੈਕਸ਼ਨ ਲੜੀ ਸੀ, ਫਿਰ ਉਹਨੇ 14 ਲੜੀ, ਫਿਰ 19 ਲੜੀ। ਤਾਂ 2009 ਦੇ ਵਿੱਚ ਜਦੋਂ ਪਹਿਲੀ ਵਾਰ ਲੜੇ ਸੀ ਤਾਂ ਕੁਦਰਤੀ ਤੌਰ 'ਤੇ ਹੁੰਦਾ ਵੀ ਉਹ ਰੂਲਿੰਗ ਪਾਰਟੀ ਸੀਗੇ ਤੇ ਰੂਲਿੰਗ ਪਾਰਟੀ ਨੇ ਹਮੇਸ਼ਾ ਦੂਜਿਆਂ 'ਤੇ ਥੋੜ੍ਹੀ ਮੋਟੀ ਪ੍ਰੈਸ਼ਰ ਪਾਉਣਾ ਹੁੰਦਾ ਹੈ। ਜਿਹੜੇ ਉਹਨਾਂ ਦੇ ਐਕਟਿਵ ਵਰਕਰ ਹੁੰਦੇ ਨੇ, ਲੀਡਰ ਹੁੰਦੇ ਨੇ, ਵੀ ਉਹਨਾਂ ਨੂੰ ਆਪਦੀ ਪਾਰਟੀ 'ਚ ਰਲਾ ਲਓ। ਤਾਂ ਉਸ ਵੇਲੇ ਸਾਡੇ 'ਤੇ ਬਹੁਤ ਪ੍ਰੈਸ਼ਰ ਸੀ ਮੇਰੇ ਬ੍ਰਦਰ 'ਤੇ ਵੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰੋ। ਤੇ ਪਰ ਅਕਾਲੀ ਦਲ ਜੁਆਇਨ ਕਰਨ ਤੋਂ ਉਹਨੇ ਨਾ ਕਰਤੀ ਸੀ। ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹਨਾਂ ਦਾ ਭਰਾ ਅੰਮ੍ਰਿਤਸਰ ਦੇ ਵਿੱਚ ਹੀ ਐਕਸ਼ਨ ਹੈ ਪੋਲੀਸ਼ਨ ਵੋਟ 'ਚ, ਤੇ ਉਸ ਵੇਲੇ ਕੁਦਰਤੀ ਤੌਰ 'ਤੇ ਮਜੀਠੀਆ ਸਾਹਿਬ ਉੱਥੋਂ MLA ਹੁੰਦੇ ਸੀ, ਮੰਤਰੀ ਵੀ ਸੀਗੇ ਤੇ ਸਾਡੇ ਵੀ ਮੰਤਰੀ ਰਹੇ ਸੀ ਇਨਵਾਇਰਨਮੈਂਟ ਦੇ। ਤਾਂ ਉਹਨਾਂ ਵੱਲੋਂ ਵੀ ਮੈਨੂੰ ਕਿਹਾ ਗਿਆ ਵੀ ਤੁਸੀਂ ਜਾਓ ਤੇ ਉੱਥੇ ਬੀਬਾ ਜੀ ਦੀ ਮਦਦ ਕਰੋ ਤੇ ਆਪਦੇ ਬ੍ਰਦਰ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਰਲਾਓ। ਤੇ ਮੈਂ ਬਹੁਤਾ ਨਹੀਂ ਬਾਦਰ ਕੀਤਾ। ਤੇ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਵੀ ਮੇਰੇ 'ਤੇ ਕਾਫੀ ਪ੍ਰੈਸ਼ਰ ਪਾਇਆ। ਉਹਨਾਂ ਦੀ ਤੁਹਾਨੂੰ ਪਤਾ ਹੈ ਬੋਲ ਚਾਲ ਥੋੜ੍ਹੀ ਜਿਹੀ ਸਖਤ ਵੀ ਹੈਗੀ ਹੈ, ਤੇ ਪਰ ਮੇਰੇ ਬ੍ਰਦਰ ਨੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਨ ਤੋਂ ਬਿਲਕੁਲ ਨਾ ਕਰਤੀ ਸੀ। ਇਸ ਕਰਕੇ ਮੈਨੂੰ ਉੱਥੋਂ ਬਦਲਿਆ ਗਿਆ, ਪਟਿਆਲੇ ਭੇਜਿਆ। ਮੈਂ ਲੁਧਿਆਣੇ ਮੇਰੇ ਬੱਚੇ ਪੜ੍ਹਦੇ ਸੀ, ਇਸ ਕਰਕੇ ਉੱਥੋਂ ਫਿਰ ਸ਼ਿਫਟ ਕਰਨਾ ਪਿਆ। ਤਾਂ ਉਹ ਸ਼ਿਫਟਿੰਗ ਦੇ ਵਿੱਚ ਵੀ ਥੋੜ੍ਹੇ ਜਿਹੇ ਕੁਦਰਤੀ ਤੌਰ 'ਤੇ ਬੱਚਿਆਂ ਦੀ ਪੜ੍ਹਾਈ ਪੂੜੀ ਦਾ ਨੁਕਸਾਨ ਵੀ ਹੋਇਆ, ਮੈਨੂੰ ਆਪਣੇ ਆਪ ਖਰਚਾ ਪਰਚਾ ਇਹ ਵੀ ਝੱਲਣਾ ਪਿਆ। ਤਾਂ ਪਰ ਮੈਂ ਇਸ ਚੀਜ਼ ਨੂੰ ਆਪਦੇ ਬ੍ਰਦਰ ਦੀ ਜਿਹੜਾ ਸਟੈਂਡ ਸੀ ਉਹਦੇ ਨਾਲ ਹੀ ਖੜ੍ਹਾ ਰਿਹਾ। ਤੇ 2014 'ਚ ਵੀ ਇਸ ਤਰ੍ਹਾਂ ਦੀ ਸਿਚੁਏਸ਼ਨ ਸੀ, ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤੇ ਉਦੋਂ ਵੀ ਬ੍ਰਦਰ 'ਤੇ ਬਹੁਤ ਪ੍ਰੈਸ਼ਰ ਸੀ ਤੇ ਮੇਰੇ 'ਤੇ ਹੀ ਪ੍ਰੈਸ਼ਰ ਪਾਇਆ ਗਿਆ। ਪਰ ਮੈਂ ਨਾ ਕਰਤੀ। ਜੋ ਮੇਰੇ 'ਤੇ ਜ਼ਿਆਦਾ ਪ੍ਰੈਸ਼ਰ ਪਿਆ ਤਾਂ ਮੈਂ ਜੌਬ ਤੋਂ ਰਿਜ਼ਾਈਨ ਕਰਤਾ ਸੀ, ਜਿਹੜਾ ਬਾਅਦ ਦੇ ਵਿੱਚ ਫਿਰ ਉਹਨਾਂ ਨੇ ਮੇਰਾ ਰਿਜ਼ਾਈਨ ਐਕਸੈਪਟ ਨਹੀਂ ਸੀ ਕੀਤਾ। ਤੇ ਇਸ ਚੀਜ਼ ਨੂੰ ਚਲੋ ਚੇਅਰਮੈਨ ਸਾਹਿਬ ਨੇ ਸਾਡੇ ਨੇ ਉਸ ਵੇਲੇ ਸੀਗੇ, ਉਹਨਾਂ ਨੇ ਰਿਅਲਾਈਜ਼ ਕੀਤਾ, ਕਹਿੰਦੇ ਯਾਰ ਮੈਨੂੰ ਪੋਲੀਟੀਕਲ ਪ੍ਰੈਸ਼ਰ ਤੇਰੇ 'ਤੇ ਨਹੀਂ ਪਾਉਣਾ ਚਾਹੀਦਾ ਸੀਗਾ ਤੇ ਕੋਈ ਗੱਲ ਨਹੀਂ, ਨਾ ਜੁਆਇਨ ਕਰ ਪਰ ਨੌਕਰੀ ਨਾ ਛੱਡ। ਤੇ ਉਹਨਾਂ ਨੇ ਮੇਰਾ ਰਿਜ਼ਾਈਨ ਐਕਸੈਪਟ ਕਰਨ ਤੋਂ ਨਾ ਕਰਕੇ ਵਾਪਸ ਕਰਤਾ ਸੀ। ਤੇ ਜਦੋਂ ਉਹ ਚੇਅਰਮੈਨ ਸਾਹਿਬ ਬਦਲ ਗਏ ਤਾਂ ਫਿਰ ਕੁਦਰਤੀ ਤੌਰ 'ਤੇ ਜਨਵਰੀ ਦੇ ਮਹੀਨੇ 'ਚ, ਫਿਰ ਅਗਲੇ 'ਚ ਮੈਂ ਜਨਵਰੀ 2015 'ਚ ਇਹਨਾਂ ਰੀਜ਼ਨਸ ਕਰਕੇ ਥੋੜ੍ਹੀ ਜਿਹੀ ਪ੍ਰੀਮੈਚੁਰ ਰਿਟਾਇਰਮੈਂਟ ਲੈ ਲਈ ਸੀਗੀ। ਫਿਰ ਮੈਂ ਜਾਣੀ ਮਤਲਬ ਕਿ ਇਹ ਵੇਟ ਨਹੀਂ ਕੀਤੀ ਮੇਰਾ ਰਿਜ਼ਾਈਨ ਐਕਸੈਪਟ ਕਰੋ ਜਾਂ ਕੋਈ ਹੋਰ ਕਰੋ। ਤੇ ਮੈਂ 27 ਜਨਵਰੀ 2015 ਨੂੰ ਰਿਜ਼ਾਈਨ ਦੇ ਕੇ ਪ੍ਰੀਮੈਚੁਰ ਰਿਟਾਇਰਮੈਂਟ ਵਾਸਤੇ ਐਪਲੀਕੇਸ਼ਨ ਦੇ ਕੇ 29 ਨੂੰ ਚਾਰਜ ਰਿਲਿੰਕੁਇਸ਼ ਕਰਕੇ ਆ ਗਿਆ ਸੀ, ਜਿਹੜਾ ਮੇਰਾ ਫਿਰ ਬਾਅਦ 'ਚ ਅਸਤੀਫਾ ਉਹਨਾਂ ਨੂੰ ਮੰਨਣਾ ਪਿਆ। ਤੇ ਉਸ ਤੋਂ ਬਾਅਦ ਮੈਂ 6 ਮਹੀਨੇ ਬਾਅਦ ਆਮ ਆਦਮੀ ਪਾਰਟੀ 'ਚ, ਕਿਉਂਕਿ ਗੁਰਵਿੰਦਰ ਸਿੰਘ ਕੰਗ ਜਿਹੜੇ ਕਿਸਾਨ ਵਿੰਗ ਦੇ ਪ੍ਰਧਾਨ ਸੀ ਉਹਨਾਂ ਨਾਲ ਸਾਡੀ ਕੋਈ ਨੇੜਤਾ ਸੀਗੀ, ਉਹਨਾਂ ਕਰਕੇ ਫਿਰ ਮੈਨੂੰ ਉਹ ਪਾਰਟੀ 'ਚ ਲੈ ਗਏ ਸੀ ਵੀ ਮੇਰੇ ਨਾਲ ਕੰਮ ਕਰਾਓ। ਤੇ ਪਾਰਟੀ ਲੇਟਰ ਆਨ ਮੈਂ ਫਿਰ ਚਲੋ ਜੋ ਟਿਕਟ ਹੀ ਦਿੱਤੀ ਪਾਰਟੀ ਨੇ ਤਾਂ ਕੁਦਰਤੀ ਤੌਰ 'ਤੇ ਇਹ ਪਾਰਟੀ ਜੁਆਇਨਿੰਗ ਹੀ ਹੋ ਜਾਂਦੀ ਹੈ, ਸਾਰਾ ਕੁਝ ਹੋ ਜਾਂਦਾ। ਮੈਂ ਇਹ ਨਹੀਂ ਕਹਿੰਦਾ ਵੀ ਪਾਰਟੀ ਜੁਆਇਨ ਨਹੀਂ ਸੀ ਕੀਤੀ, ਪਰ ਜੋ ਟਿਕਟ ਲੈ ਲਈ ਉਹਨਾਂ ਦੇ MLA ਬਣ ਗਏ ਤੇ ਫਿਰ ਆਪਣੇ ਆਪ ਹੀ ਮੈਂਬਰ ਬਣ ਗਏ। ਸਰ ਇੱਕ ਚੀਜ਼ ਹੋਰ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਬਿਲਕੁਲ ਪੋਲਿਟਿਕਸ ਦੇ ਵਿੱਚ ਤੁਹਾਡਾ ਕੋਈ ਇੰਟਰਸਟ ਹੀ ਨਹੀਂ ਸੀਗਾ,
ਅਕਾਲੀ ਦਲ ਵੱਲੋਂ ਤੁਹਾਡੇ ਤੇ ਪ੍ਰੈਸ਼ਰ ਵੀ ਪਾਇਆ ਜਾਂਦਾ ਸੀਗਾ, ਠੀਕ ਹੈ ਜੀ, ਤੇ ਤੁਸੀਂ ਇੰਟਰਸਟ ਵੀ ਨਹੀਂ ਦੇ ਰਹੇ ਸੀਗੇ। ਫਿਰ ਉਸ ਤੋਂ ਬਾਅਦ ਤੁਸੀਂ ਆਮ ਪਾਰਟੀ ਦੇ ਵਿੱਚ ਸ਼ਾਮਲ ਵੀ ਹਾਂ, ਹੋਏ। ਉਹ ਨਵੀਂ ਪਾਰਟੀ ਸੀ। ਇਹ ਕਾਰਨ ਮਤਲਬ ਕੀ ਸੀ? ਫਿਰ ਮੈਂ ਆਪਣੇ ਆਪ ਹੀ ਡਰ ਤਾਂ ਨਹੀਂ ਸੀਗਾ ਕਿਸੇ ਤਰ੍ਹਾਂ ਦਾ? ਇਸ ਤਰ੍ਹਾਂ ਸੀਗਾ, ਜੋ ਮੈਂ ਜੌਬ ਛੱਡਤੀ ਜੀ, ਮੈਂ ਹਜੇ ਕੋਈ ਕੰਮ ਕਰਦਾ ਨਹੀਂ ਸੀ, ਮੈਂ ਸੋਸ਼ਲ ਸਰਵਿਸ ਸੀ, ਸੋਸ਼ਲ ਐਕਟੀਵਿਟੀਜ਼ ਦੇ ਵਿੱਚ ਹੀ ਪਾਰਟਿਸਿਪੇਟ ਕਰਦਾ ਸੀਗਾ। ਤੇ ਉਦੋਂ ਫਿਰ ਕੁਐਸਚਨ ਇਹ ਨਹੀਂ ਸੀ, ਉਹਨਾਂ ਨੇ ਕੋਈ ਮੈਨੂੰ ਐ ਨਹੀਂ ਪ੍ਰੈਸ਼ਰਾਈਜ਼ ਕੀਤਾ ਵੀ ਮੇਰੇ ਬ੍ਰਦਰ ਨੂੰ ਲਾਓ ਜਾਂ ਕੋਈ ਹੋਰ ਕਰੋ। ਉਹ ਮੈਨੂੰ ਜਿਹੜੀ ਉਹਨਾਂ ਨੇ ਜਾਣ ਪਛਾਣ ਕਰਕੇ ਰਿਸ਼ਤੇਦਾਰੀ ਕਰਕੇ ਥੋੜਾ ਜਿਹਾ ਕਿਹਾ ਵੀ ਮੇਰਾ ਸਾਥ ਦਿਓ, ਮੈਂ ਤਾਂ ਚਲੇ ਗਿਆ। ਅਦਰਵਾਈਜ਼ ਇਹ ਨਹੀਂ ਸੀ ਕਿ ਉੱਥੇ ਇਹ ਪ੍ਰੈਸਟੀਜ ਸੀ ਵੀ ਆਹ ਪਾਰਟੀ ਜੁਆਇਨ ਕਰਨੀ ਹੈ ਕਿ ਨਹੀਂ ਕਰਨੀ। ਮੈਂ ਤਾਂ ਉਹਨਾਂ ਨਾਲ ਕੰਮ ਕਰਾਉਣ ਲੱਗਿਆ ਸੀ, ਤੇ ਬਾਅਦ ਦੇ ਵਿੱਚ ਕੰਮ ਨੂੰ ਦੇਖਦੇ ਹੋਏ ਆਬਜ਼ਰਵਰਸ ਨੇ ਜੋ ਰਿਪੋਰਟਾਂ ਭੇਜੀਆਂ ਉਹਦੇ ਮੁਤਾਬਕ ਉਹਨਾਂ ਨੂੰ ਠੀਕ ਲੱਗਿਆ ਵੀ ਇਸ ਬੰਦੇ ਨੂੰ ਇੱਥੋਂ ਇਲੈਕਸ਼ਨ ਲੜਾਈ ਜਾਵੇ ਮਾਨਸਾ ਤੋਂ, ਤੇ ਉਹਨਾਂ ਨੇ ਮੈਨੂੰ ਟਿਕਟ ਦਿੱਤੀ। ਤੇ ਆਪਾਂ ਨੂੰ ਲੋਕਾਂ ਦੇ ਸਹਿਯੋਗ ਨਾਲ, ਲੋਕਾਂ ਦੀ ਸਪੋਰਟ ਨਾਲ ਪੂਰਾ ਬਹੁਮਤ ਮਿਲਿਆ ਤੇ ਮੈਂ ਐਮਐਲਏ ਬਣ ਗਿਆ। ਤੇ ਫਿਰ ਤਾਂ ਕੋਈ ਕੁਐਸਚਨ ਨਹੀਂ ਨਾ ਹੁੰਦਾ ਵੀ ਮੈਂ ਪਾਰਟੀ ਦਾ ਮੈਂਬਰ ਹਾਂ ਜਾਂ ਨਹੀਂ ਹਾਂ, ਜੋ ਐਮਐਲਏ ਬਣ ਗਿਆ ਉਹਨਾਂ ਦੇ। ਬਿਲਕੁਲ ਜੀ ਸਰ। ਫਿਰ ਜਦੋਂ ਐਮਐਲਏ ਮਤਲਬ ਬਣਨ ਤੋਂ ਬਾਅਦ ਤੁਸੀਂ ਪਤਾ ਵੀ ਲੱਗਾ ਵੀ ਕਾਫੀ ਚਲੋ ਸ਼ਾਇਦ ਵਿਕਾਸ ਵੀ ਕਰਾਏ ਨੇਗੇ, ਤੇ ਸਰ ਉਸ ਤੋਂ ਬਾਅਦ ਪਾਰਟੀ ਜਿਹੜੀ ਆਪਾਂ ਛੱਡੀ ਹੈ ਉਹ ਤਾਂ ਕੀ ਰੀਜ਼ਨ ਸੀਗੇ ਜੀ? ਪਾਰਟੀ ਛੱਡ ਕੇ ਆਪਾਂ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ, ਐਸੇ ਕਈ ਕਾਰਨ ਸੀਗੇ ਜੀ। ਧਾਲੀਵਾਲ ਸਾਹਿਬ ਇਸ ਤਰ੍ਹਾਂ ਹੈ ਵੀ ਮੈਂ ਨਾ ਆਪਦੀ ਥੋੜ੍ਹਾ ਜਿਹਾ ਆਈਡੀਅਲਿਸਟਿਕ ਵੇ ਨਾਲ ਕੰਮ ਕਰਨ 'ਚ ਥੋੜ੍ਹਾ ਇੰਟਰਸਟ ਜ਼ਿਆਦਾ ਰੱਖਦਾ। ਮੇਰੀ ਜੌਬ ਛੱਡਣ ਦਾ ਕਾਰਨ ਵੀ ਇਹ ਸੀ ਨਹੀਂ, 4 ਸਾਲ ਪਹਿਲਾਂ ਕੋਈ ਕਲਰਕ ਹੀ ਨਹੀਂ ਛੱਡਦਾ, ਮੈਂ ਐਸਸੀ ਦੀ ਪੋਸਟ ਛੱਡ ਕੇ ਜੀ ਆ ਗਿਆ ਸੀ ਘਰ। ਤੇ ਹਾਲਾਂਕਿ ਮੈਂ ਉਸ ਵੇਲੇ ਬੈਸਟ ਪਲੇਸਡ ਆਫੀਸਰ ਸੀ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦਾ। ਤੇ ਪਰ ਪਾਰਟੀ 'ਚ ਆ ਕੇ ਵੀ, ਕਿਉਂਕਿ ਅਸੀਂ ਇੱਕ ਨਵੀਂ ਪਾਰਟੀ ਸੀ, ਮਿਸ਼ਨ ਲੈ ਕੇ ਚੱਲੇ ਸੀ ਵੀ ਅਸੀਂ ਜੀ ਰਾਜਨੀਤੀ 'ਚ ਬਦਲਾਅ ਲੈ ਕੇ ਆਉਣਾ ਤੇ ਬੜੀ ਇਮਾਨਦਾਰੀ ਨਾਲ ਕੰਮ ਕਰਨਾ ਹੈ। ਮੇਰਾ ਇਹ ਸੀ ਵੀ ਜੋ ਅਸੀਂ ਸਾਨੂੰ ਉੱਤੋਂ ਇੰਸਟਰਕਸ਼ਨ ਸੀ, ਅਸੀਂ ਅੰਡਰਟੇਕਿੰਗ ਦਿੱਤੀ ਵੀ ਅਸੀਂ ਕੋਈ ਸਿਕਿਉਰਿਟੀ ਕਵਰ ਨਹੀਂ ਲਵਾਂਗੇ, ਅਸੀਂ ਕੋਈ ਰੈੱਡ ਲਾਈਟ ਬਲੂ ਲਾਈਟ ਨਹੀਂ ਲਾਵਾਂਗੇ, ਜਾਂ ਲੋਕਾਂ ਦੀ ਸਹੂਲਤ ਵਾਸਤੇ ਦਫ਼ਤਰ ਖੋਲਾਂਗੇ। ਮੈਂ ਉਸੇ ਵੇ ਨਾਲ ਜਾਣੀ ਮਤਲਬ ਕਿ ਆਪ ਦਾ ਕੰਮ ਕੀਤਾ। ਸਭ ਤੋਂ ਪਹਿਲਾਂ ਮਾਨਸਾ ਦੇ ਵਿੱਚ ਮੈਂ ਇੰਡੀਪੈਂਡੈਂਟ ਦਫ਼ਤਰ ਖੋਲ੍ਹਿਆ, ਤੇ ਨਾਲ 2 ਸਾਲ ਮੈਂ ਉਸ ਪਾਰਟੀ 'ਚ ਰਿਹਾ। ਮੇਰੇ ਕੋਲੇ ਜਾਣੀ ਸਿਕਿਉਰਿਟੀ ਦੀ ਥਾਂ 'ਤੇ ਮੇਰੇ ਕੋਲ ਤਾਂ ਕਦੇ ਮੈਂ ਡੰਡਾ ਵੀ ਨਹੀਂ ਰੱਖਿਆ ਆਪਦੀ ਕਾਰ 'ਚ। ਉਹ ਸਧਾਰਨ ਕੱਪੜਿਆਂ 'ਚ ਵੀ ਮੈਂ ਕੋਈ ਡੰਡੇ ਵਾਲਾ ਬੰਦਾ ਨਹੀਂ ਰੱਖਿਆ ਨਾਲ, ਬਾਕੀ ਹਥਿਆਰ ਤਾਂ ਛੱਡੋ ਦੂਰ ਦੀ ਗੱਲ ਹੈ। ਪਰ ਜਦੋਂ ਫਿਰ ਜਿਹੜਾ ਲੋਕਾਂ ਦਾ ਕੰਮਕਾਰ ਸੀਗਾ ਉਹ ਵੀ ਇਹ ਸੀ, ਕੋਈ ਵੀ ਪਾਰਟੀ ਹੋਵੇ, ਕੋਈ ਬੰਦਾ ਹੋਵੇ, ਕੁਝ ਵੀ ਹੋਵੇ, ਜਿਹੜਾ ਵੀ ਆ ਗਿਆ ਉਹਦੀ ਜੈਨੂਨ ਮਦਦ ਕਰਨ ਦੀ ਮੈਂ ਹਮੇਸ਼ਾ ਜਾਣੀ ਕੋਸ਼ਿਸ਼ ਕੀਤੀ ਹੈ। ਉਹ ਚਾਹੇ ਮੈਂ ਆਮ ਆਦਮੀ ਪਾਰਟੀ 'ਚ ਰਿਹਾ, ਲੇਟਰ ਔਨ ਚਾਹੇ ਮੈਂ ਕਾਂਗਰਸ ਚਲੇ ਗਿਆ, ਪਰ ਉਹ ਜਿਹੜਾ ਅਪਰੋਚ ਸੀ ਮੇਰੀ ਲੋਕਾਂ ਪ੍ਰਤੀ ਵੀ ਜਦੋਂ ਤੁਸੀਂ ਇੱਕ ਵਾਰੀ ਐਮਐਲਏ ਬਣ ਗਏ, ਤੁਸੀਂ ਸਾਰੇ ਹਲਕੇ ਦੇ ਨੁਮਾਇੰਦੇ ਹੋ ਤੇ ਸਾਰਿਆਂ ਨੂੰ ਬਰਾਬਰ ਤੁਸੀਂ ਟਰੀਟ ਕਰੋ ਜੀ। ਤੇ ਲੋਕੀ ਆਪਣੇ ਵੱਲੋਂ ਜੇ ਕੋਈ ਸੋਚੀ ਜਾਵੇ ਮੇਰੇ ਨਾਲ ਕੋਈ ਮਤਭੇਦ ਕੀਤਾ ਜਾਂ ਕੋਈ ਹੋਰ ਆ, ਉਹਦਾ ਆਪਾਂ ਇਲਾਜ ਕਰ ਨਹੀਂ ਸਕਦੇ ਕੋਈ। ਪਰ ਮੇਰਾ ਸ਼ੁਰੂ ਤੋਂ ਸੁਭਾਅ ਸੀ ਵੀ ਕੋਈ ਵੀ ਆਵੇ ਉਹਦੀ ਮਦਦ ਕਰਨੀ ਹੈ। ਬਾਕੀ ਸਰ ਜਦੋਂ 2017 ਦੀ ਆਪਾਂ ਗੱਲ ਕਰ ਰਹੇ ਸੀ ਹੁਣ ਵੀ 2017 ਵਿੱਚ ਤੁਸੀਂ ਆਮ ਪਾਰਟੀ ਨੂੰ ਜੁਆਇਨ ਕੀਤਾ, ਜਿੱਥੇ ਕਿ ਆਪਣੀ ਫੈਮਿਲੀ ਦੇ ਵਿੱਚ ਬ੍ਰਦਰ ਸ਼ੁਰੂ ਤੋਂ ਕਾਂਗਰਸ ਪਾਰਟੀ ਦੇ ਮੈਂਬਰ ਰਹਿ ਚੁੱਕੇ। ਹਾਂਜੀ ਹਾਂਜੀ। ਉਸ ਟਾਈਮ ਤੁਸੀਂ ਇਹ ਨਹੀਂ ਸੋਚਿਆ ਵੀ ਆਪਾਂ ਅਕਾਲੀ ਦਲ 'ਚ ਨਹੀਂ, ਆਪਾਂ ਕਾਂਗਰਸ, ਜਿੱਥੇ ਕਿ ਆਮ ਪਾਰਟੀ ਦੇ ਇੱਥੇ ਕੋਈ ਵੀ ਉਦੋਂ ਨਾਮ ਨਿਸ਼ਾਨ ਨਹੀਂ ਸੀਗਾ। ਪਰ ਇਹ ਜ਼ਰੂਰ ਸੀ ਵੀ 2017 ਦੇ ਵਿੱਚ ਹਵਾ ਇੰਨੀ ਜ਼ਰੂਰ ਚੱਲੀ ਸੀ ਵੀ ਜਦੋਂ ਕਹਿੰਦੇ 100 ਦੇ 100 ਸੀਟਾਂ ਆਮ ਪਾਰਟੀ ਹੀ ਲੈ ਕੇ ਜਾਏਗੀ। ਇਹ ਮਤਲਬ ਸੋਚ ਕੇ ਆਪਣੀ ਪਲੈਨਿੰਗ ਸੀ ਕੋਈ ਵੀ ਇਦਾਂ ਵੀ ਉਹਨਾਂ ਦਾ ਮਤਲਬ ਇੱਕ ਹਵਾ ਚੱਲੀ ਸੀ ਉਸ ਕਰਕੇ ਆਪਾਂ ਜੁਆਇਨ ਕੀਤੀ ਸੀ? ਨਹੀਂ, ਪਲੈਨਿੰਗ ਤਾਂ ਦੇਖੋ, ਹਵਾ ਤਾਂ ਬਣੀ ਹੈ ਅਸਲ 'ਚ ਆਮ ਆਦਮੀ ਪਾਰਟੀ ਦੀ ਹਵਾ ਬਣੀ ਸੀ ਜਿਹੜੀ ਪੰਜਾਬ 'ਚ, ਦਿੱਲੀ 'ਚ ਤਾਂ ਸੀਗੀ ਇਹ 'ਚ ਕੋਈ ਸ਼ੱਕ ਨਹੀਂ। ਇੱਕ ਤਾਂ ਲੋਕ ਸਭਾ ਵੇਲੇ ਬਣ ਗਈ ਸੀ, 4 MP ਪੰਜਾਬ ਦੇ ਲੋਕਾਂ ਨੇ ਜਿਤਾ ਕੇ ਭੇਜੇ ਸੀ ਆਮ ਆਦਮੀ ਪਾਰਟੀ ਦੇ। ਦੂਜਾ ਜ਼ਿਆਦਾ ਹਵਾ ਜਿਹੜੀ ਵਿਧਾਨ ਸਭਾ ਲਈ ਬਣੀ ਸੀ ਜੀ, ਉਹ ਜਨਵਰੀ 2016 'ਚ ਮਾਘੀ ਮੇਲਾ ਮੁਕਤਸਰ ਤੇ ਜਿਹੜਾ ਇਕੱਠ ਹੋਇਆ ਸੀਗਾ ਵਰਕਰਾਂ ਦੇ ਸਹਿਯੋਗ ਨਾਲ, ਸਾਰੇ ਪੰਜਾਬ ਦੇ ਵਿੱਚੋਂ ਲੋਕ ਹੁਮ-ਹੁਮਾ ਕੇ ਆਏ, ਤਾਂ ਐਕਚੁਅਲੀ ਜ਼ਿਆਦਾ ਹਵਾ ਉਹ ਬਣੀ ਸੀ ਵੀ ਸਰਕਾਰ ਬਣੂਗੀ। ਇਸੇ ਕਰਕੇ ਤੁਸੀਂ ਦੇਖੋ ਕਈ ਬਿਗ ਵਿਗਸ ਜਿਹੜੇ ਸੀਗੇ ਦੂਜੀਆਂ ਪਾਰਟੀਆਂ ਛੱਡ ਕੇ ਉਹ ਮਾਘੀ ਮੇਲਾ 2016 ਤੋਂ ਬਾਅਦ ਆਏ ਨੇ। ਤੇ ਮੈਂ ਤਾਂ ਪਾਰਟੀ 'ਚ ਕੰਮ ਕਰਨਾ ਜਾਣੀ ਜੁਲਾਈ 2015 ਸ਼ੁਰੂ ਕਰਤਾ ਸੀ, ਜਦੋਂ ਹਜੇ ਯੂਨਿਟ ਬਣਾਉਣੇ ਸੀ, ਪਾਰਟੀ ਖੜੀ ਕਰਨੀ ਸੀ, ਉਦੋਂ ਕੋਈ ਹਵਾ ਨਹੀਂ ਸੀ ਇਸ ਤਰ੍ਹਾਂ ਦੀ। ਉਹ ਤਾਂ ਮੈਂ ਤੁਹਾਨੂੰ ਪਹਿਲਾਂ ਜਿਵੇਂ ਦੱਸਿਆ ਗੁਰਵਿੰਦਰ ਸਿੰਘ ਕਾਂਗੋਰਾਂ ਦੇ ਕਹਿਣ ਤੇ, ਉਹਨਾਂ ਦੇ ਪ੍ਰੈਸ਼ਰ ਪਾਉਣ ਤੇ ਮੈਂ ਉਹਨਾਂ ਨਾਲ ਕੰਮ ਕਰਾਉਣਾ ਸ਼ੁਰੂ ਕੀਤਾ ਸੀਗਾ। ਉਸ ਵੇਲੇ ਤੁਸੀਂ ਔਨ ਰਿਕਾਰਡ ਦੇਖ ਸਕਦੇ ਆ, ਪਤਾ ਕਰ ਸਕਦੇ ਹੋ, ਮੈਂ ਕੋਈ ਪਾਰਟੀ ਜੁਆਇਨ ਨਹੀਂ ਸੀ ਕੀਤੀ, ਪਰ ਮੈਂ ਉਹਨਾਂ ਨਾਲ ਕੰਮ ਕਰਾਉਣਾ ਸ਼ੁਰੂ ਕਰਤਾ ਸੀ। ਚਲੋ ਸਰ, ਉਹ ਤਾਂ ਅੱਛੀ ਗੱਲ ਸੀ, ਜਿਸ ਤਰ੍ਹਾਂ ਕਿ ਚਲੋ ਸੀਟਾਂ ਚਾਹੇ ਆਮ ਪਾਰਟੀ ਨੂੰ 2017 'ਚ ਘੱਟ ਮਿਲੀਆਂ, ਹਵਾ ਤਾਂ ਸੀਗੀ, ਤਾਂ ਸੀਟਾਂ ਘੱਟ ਮਿਲੀਆਂ। ਉਸ ਤੋਂ ਬਾਅਦ ਕਾਂਗਰਸ ਪਾਰਟੀ ਆ ਚੁੱਕੀ ਹੈ। ਬਿਲਕੁਲ ਜੀ। ਤੇ ਸਰ ਕਾਂਗਰਸ ਪਾਰਟੀ ਜਦੋਂ ਆਈ ਹੈ ਉਸ ਤੋਂ ਬਾਅਦ ਵੀ ਇਹ ਉਮੀਦ ਸੀ, ਜਿਵੇਂ ਚੰਨੀ ਜੀ ਪ੍ਰਚਾਰ ਕਰਦੇ ਯਾਰ, ਇਹ ਲੱਗਦਾ ਵੀ ਸੀ ਸ਼ਾਇਦ ਦੁਬਾਰਾ ਫੇਰ ਕਾਂਗਰਸ ਪਾਰਟੀ ਆ ਜਾਵੇ। ਇਸ ਤਰ੍ਹਾਂ ਦੀ ਸੋਚ ਸੀ ਆਪਣੀ ਵੀ ਦੁਬਾਰਾ ਸ਼ਾਇਦ ਕਾਂਗਰਸ ਪਾਰਟੀ ਹੈ, ਫਿਰ ਤੁਸੀਂ ਦੁਬਾਰਾ ਮਤਲਬ ਆਮ ਪਾਰਟੀ ਛੱਡ ਕੇ ਕਾਂਗਰਸ ਵਿੱਚ ਜੁਆਇਨ ਹੋਏ? ਨਹੀਂ, ਆਮ ਆਦਮੀ ਪਾਰਟੀ ਨੂੰ ਤਾਂ ਮੈਂ ਮਈ 2019 'ਚ ਛੱਡੀ ਸੀ। ਹਾਂਜੀ ਹਾਂਜੀ।
ਇਹ ਤਾਂ ਕਾਰਨ ਇਹ ਨਹੀਂ ਸੀ ਵੀ ਉਧਰ ਕੋਈ ਮੇਰੇ ਲਈ ਬਹੁਤ ਲੁਕਰੇਟਿਵ ਸੀ ਕੰਮ, ਵੀ ਮੇਰੇ ਲਈ ਕੋਈ ਵੱਡਾ ਕੈਰੀਅਰ ਸੀ ਜਾਂ ਕੋਈ ਹੋਰ ਸੀ। ਮੈਨੂੰ ਪਤਾ ਸੀ ਉਸ ਪਾਰਟੀ ਦਾ, ਕਿਉਂਕਿ ਮੇਰਾ ਬ੍ਰਦਰ ਵਿੱਚ ਕੰਮ ਕਰਦਾ ਸੀ 1992 ਤੋਂ, ਪਰ ਫਿਰ ਵੀ ਉਹਨਾਂ ਨੂੰ ਕਦੇ ਕੋਈ ਅਹੁਦਾ ਜਾਂ ਕੋਈ ਹੋਰ ਹੈ, ਸਿਰਫ ਇੱਕ ਵਾਰੀ ਯੂਥ ਕਾਂਗਰਸ ਦਾ ਪ੍ਰਧਾਨ ਲਾਇਆ ਸੀਗਾ, ਪਰ ਕੋਈ ਆਫੀਸ਼ੀਅਲ ਅਹੁਦਾ ਕੋਈ ਨਹੀਂ ਸੀ ਮਿਲਿਆ। ਉਹ ਮੈਨੂੰ ਪਤਾ ਸੀ ਵੀ ਕੀ ਕੁਛ ਕਰਦੇ ਆ, ਪਰ ਮੇਰੀ ਕੁਝ ਹੋਰ ਤਰ੍ਹਾਂ ਦੀ ਸੋਚ ਸੀ ਜੀ। ਮੇਰੇ ਹਲਕੇ ਦੇ ਲੋਕ ਆਉਂਦੇ ਸੀ ਮੇਰੇ ਕੋਲੇ ਕੰਮਾਂ ਕਾਰਾਂ ਲਈ, ਤੇ ਓਪੋਜੀਸ਼ਨ ਦੀ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਪ੍ਰਥਾ ਚੱਲਦੀ ਹੈ, ਕੋਈ ਸੁਣਦਾ ਹੀ ਨਹੀਂ ਜੀ। ਤੇ ਉਹਨਾਂ ਨੇ ਹਮੇਸ਼ਾ ਇਹੀ ਕਹਿਣਾ, ਕਿਉਂਕਿ ਮੈਂ ਇੱਕ ਤਾਂ ਨਵਾਂ ਸੀ ਇਸ ਕੰਮ 'ਚ, ਦੂਜਾ ਥੋੜਾ ਜਿਹਾ ਮੇਰੇ ਸੁਭਾਅ ਜਣੀ ਸ਼ਰਾਫਤ ਵਾਲਾ ਸੀਗਾ, ਹਰੇਕ ਨਾਲ ਮੈਂ ਘੁਲ ਮਿਲ ਜਾਂਦਾ ਸੀ, ਤਾਂ ਲੋਕੀ ਇਹੀ ਕਹਿੰਦੇ ਸੀ ਵੀ ਸਾਨੂੰ ਨਹੀਂ ਪਤਾ ਜੀ, ਤੇ ਵੋਟਾਂ ਤੁਹਾਨੂੰ ਪਾਈਆਂ, ਸਾਨੂੰ ਤਾਂ ਜੋ ਮਰਜ਼ੀ ਕਰੋ ਜੀ, ਸਾਡਾ ਕੰਮ ਕਰਾ ਕੇ ਦਿਓ। ਪਰ ਕੰਮ ਹੁੰਦੇ ਨਹੀਂ ਸੀ, ਮਤਲਬ ਇੱਥੋਂ ਤੱਕ ਵੀ ਸੀ ਕਈ ਵਾਰੀ ਸੀਰੀਅਸ ਸੱਟਾਂ ਫੇਟਾਂ ਮਾਰ ਕੇ ਲੋਕ ਬੰਦਿਆਂ ਨੂੰ ਕੁੱਟ ਵੀ ਦਿੰਦੇ ਸੀ, ਪਰਚੇ ਵੀ ਦਰਜ ਕਰਾ ਦਿੰਦੇ ਸੀ, ਪਰ ਜੇ ਆਪਾਂ ਇੰਟਰਫੇਅਰ ਕਰਦੇ ਸੀ ਤਾਂ ਇਹ ਕਹਿ ਲਓ ਵੀ ਮੂਹਰੋਂ ਜਵਾਬ ਇਹੀ ਹੁੰਦਾ ਸੀ ਵੀ ਕੀ ਕਰੀਏ ਜੀ, ਦੇਖੋ ਜੀ ਇਸ ਤਰ੍ਹਾਂ ਜਸਟੀਫਿਕੇਸ਼ਨਾਂ ਜੋ ਹੁੰਦੀਆਂ ਨੇ। ਤਾਂ ਫਿਰ ਉੱਥੇ ਲੋਕ ਥੋੜ੍ਹੇ ਜਿਹੇ ਇਹ ਸੀਗਾ ਵੀ ਯਾਰ ਵੀ ਸਾਨੂੰ ਨਹੀਂ ਪਤਾ ਜੀ, ਅਸੀਂ ਤਾਂ ਵੋਟਾਂ ਤੁਹਾਨੂੰ ਪਾਈਆਂ, ਸਾਡਾ ਤਾਂ ਕੰਮ ਕਰਾ ਕੇ ਦਿਓ। ਉਹ ਫਿਰ ਲੋਕਾਂ ਦਾ ਵੀ ਦੇਖਣਾ ਹੁੰਦਾ, ਐਮਐਲਏ ਜੇ ਬਣਾਤਾ ਤੁਹਾਡੇ ਕੋਲ ਪਾਵਰ ਨਹੀਂ ਹੈ ਤਾਂ ਨੈਚੁਰਲੀ ਹੈ, ਇਹ ਤਾਂ ਹੁੱਕ ਬਾਈ ਹੁੱਕ ਔਰ ਕਰੁੱਕ ਲੋਕਾਂ ਲਈ ਬਣੇ ਹੋ ਤੁਸੀਂ, ਲੋਕਾਂ ਦੇ ਫੇਵਰ 'ਚ ਜਾਣੀ ਤੁਸੀਂ ਸੋਚਣਾ ਹੈ, ਲੋਕਾਂ ਦੀ ਵੈਲਫੇਅਰ ਵਾਸਤੇ ਤੁਸੀਂ ਫੈਸਲੇ ਲੈਣੇ ਨੇ। ਤੇ ਫਿਰ ਕਿਸੇ ਨਾ ਕਿਸੇ ਸਟੇਜ ਤੇ ਜਿਵੇਂ ਅਗਲੇ ਤਾਂ ਕਹਿ ਕੇ ਪਾਸੇ ਹੋ ਜਾਂਦੇ ਵੀ ਜਿਵੇਂ ਮਰਜ਼ੀ ਕਰੋ, ਫਿਰ ਜਿਵੇਂ ਮਰਜ਼ੀ ਮੈਂ ਕਰ ਲਿਆ ਹਲਕੇ ਦੇ ਹਿੱਤ 'ਚ। ਸਰ ਜਿਸ ਤਰ੍ਹਾਂ ਜਿਹਦੀ ਸਰਕਾਰ ਹੁੰਦੀ ਆ ਉਸ ਦੀ ਤੂਤੀ ਵੀ ਬੋਲਦੀ ਹੈ, ਬਿਲਕੁਲ ਉਸ ਹਿਸਾਬ ਨਾਲ ਜਿਹੜੀ ਜਨਤਾ ਗਈ ਉਹ ਤਾਂ ਤੁਹਾਡੇ ਤੇ ਵੀ ਨਾਰਾਜ਼ ਨੋ ਡਾਊਟ ਨਾਰਾਜ਼ਗੀ ਕਾਰਨ ਕਰਕੇ ਹੀ ਤੁਸੀਂ ਮੇਰੇ ਤੇ ਬਹੁਤ ਨਾਰਾਜ਼ਗੀ ਪਾਰਟੀ ਦੇ ਵਰਕਰਾਂ ਨੇ ਵੀ ਕੀਤੀ, ਤੇ ਨਾਲ ਮੈਂ ਵੀ ਮਹਿਸੂਸ ਕਰਦਾ ਵੀ ਕੋਈ ਐਡਾ ਐ ਤਾਂ ਨਹੀਂ ਸੀ ਵੀ ਹਾਂਜੀ ਤੁਸੀਂ ਉਹ ਕਰ ਲਓ, ਪਰ ਉਸ ਵੇਲੇ ਹਲਕੇ ਦੇ ਲੋਕਾਂ ਦੇ ਹਿੱਤ ਵੀ ਤਾਂ ਦੇਖਣੇ ਹੁੰਦੇ ਨੇ, ਉਹਨਾਂ ਦੀ ਵੈਲਫੇਅਰ ਵੀ ਤਾਂ ਦੇਖਣੀ ਹੁੰਦੀ ਹੈ ਕਿ ਮੈਂ ਇਹ ਦੇਖਾਂ ਵੀ 3 ਸਾਲ ਹੋਰ ਮੈਂ ਤਨਖਾਹ ਤਾਂ ਲਈ ਜਾਵਾਂ, ਕੰਮ ਕੋਈ ਵੀ ਨਾ ਹੋਵੇ। ਕੋਈ ਹੋਰ ਕਾਰਨ ਤਾਂ ਨਹੀਂ ਸੀ ਸਰ ਵੀ ਕੋਈ ਆਮ ਪਾਰਟੀ ਨਾਲ ਕਿਸੇ ਨਾਲ ਕੋਈ ਨਾਰਾਜ਼ਗੀ ਹੈ ਕਿਸੇ ਤਰ੍ਹਾਂ? ਉਹ ਨਾਰਾਜ਼ਗੀ ਤਾਂ ਦੇਖੋ ਸ਼ੁਰੂ ਤੋਂ ਡਿਫਰੈਂਸਸ ਪੈਦਾ ਹੋਣੇ ਸ਼ੁਰੂ ਹੋ ਗਏ ਸੀਗੇ, ਕਿਉਂਕਿ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਸਾਡੀ ਤਾਂ ਆਈਡੀਅਲਿਸਟਿਕ ਅਪਰੋਚ ਸੀ ਵੀ ਨਵੀਂ ਪਾਰਟੀ ਹੈ, ਮਿਸ਼ਨ ਲੈ ਕੇ ਚੱਲੇ ਆ, ਪਰ ਕੇਜਰੀਵਾਲ ਜੀ ਦਾ ਮਾਫੀ ਮੰਗ ਲੈਣਾ ਉਹ ਵੀ ਸਾਡੇ ਲੋਕਾਂ ਨੂੰ ਪਸੰਦ ਨਹੀਂ ਆਇਆ। ਉਹ ਅਲੱਗ ਗੱਲ ਹੈ ਵੀ ਹੁਣ ਚਾਹੇ ਜੋ ਮਰਜ਼ੀ ਕਹੀ ਜਾਣ, ਪਰ ਉਦੋਂ ਲੋਕ ਸਾਨੂੰ ਫੋਨ ਕਰ ਕਹਿੰਦੇ ਸੀ ਤੁਸੀਂ ਬੈਠੇ ਕੀ ਕਰਦੇ ਹੋ। ਆ ਜਿਵੇਂ ਹੁਣ ਵੀ ਤਾਂ ਕਹੀ ਹੈ, ਜਦੋਂ ਰਾਜ ਸਭਾ ਦੇ ਮੈਂਬਰ ਬਣਾਏ ਨੇ ਅਨੁਸਾਰ ਸਰਕਾਰ ਨੇ, ਤੇ ਕਿੰਨਾ ਹੱਲਾ ਗੁੱਲਾ ਮੱਚਿਆ ਵੀ ਦੇਖੋ ਜੀ, ਇੱਥੋਂ ਤੱਕ ਕਿਹਾ ਵੀ ਜਿਹੜੇ 92 ਵਿਧਾਇਕ ਨੇ ਜੀ ਇਹ ਗੂੰਗੇ ਬਣਾਏ ਨੇ ਜੀ, ਇਹਨਾਂ 'ਚ ਕੋਈ ਦਮ ਨਹੀਂ ਜੀ, ਇਹ ਤਾਂ ਜੀ ਦਿੱਲੀ ਦੇ ਥੱਲੇ ਲੱਗ ਗਏ ਜੀ ਜਾਂ ਕੋਈ ਹੋਰ ਹੈ। ਸਾਨੂੰ ਜਿਹੜੀ ਉਹ ਗੱਲ ਉਸ ਵੇਲੇ ਨਹੀਂ ਚੰਗੀ ਲੱਗੀ, ਤੇ ਮੈਂ ਤਾਂ ਅਕਸਰ ਗੱਲ ਕਰਦਾ ਹੁੰਦਾ ਵੀ ਜੇ ਅਸੀਂ ਉਦੋਂ ਵਿੱਚ ਰਹਿ ਵੀ ਜਾਂਦੇ ਤਾਂ ਹੁਣ ਜਿਸ ਤਰ੍ਹਾਂ ਦੇ ਆਹ ਕੰਮ ਹੋ ਰਹੇ ਆ ਅਸੀਂ ਹੁਣ ਛੱਡ ਕੇ ਭੱਜਣਾ ਪੈਂਦਾ ਸਾਨੂੰ। ਸਰ ਕਿਸੇ ਕਾਰਨ ਵੀ ਹੁਣ ਜਿਸ ਤਰ੍ਹਾਂ ਸਰਕਾਰ ਚੇਂਜ ਹੋ ਗਈ ਹੈ, ਆਮ ਪਾਰਟੀ ਤੁਸੀਂ ਛੱਡ ਚੁੱਕੇ ਹੋ, ਆਮ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ, 92 ਵਿਧਾਇਕ ਬਣ ਚੁੱਕੇ ਨੇ, ਕਦੇ ਕਦੇ ਮਨ 'ਚ ਇਹ ਤੁਹਾਡੇ ਖਿਆਲ ਤਾਂ ਨਹੀਂ ਹੁੰਦਾ ਵੀ ਅਸੀਂ ਕਾਸ਼ ਮੈਂ ਮਤਲਬ ਪਾਰਟੀ 'ਚ ਹੁੰਦਾ ਤਾਂ ਅੱਜ ਮੈਂ ਵੀ ਵਿਧਾਇਕ ਬੈਠਾ ਹੁੰਦਾ? ਨਹੀਂ, ਉਹ ਦੇਖੋ ਗੱਲ ਪਤਾ ਕੀ ਹੈ, ਜਦੋਂ ਤੁਸੀਂ ਸੋਚਦੇ ਹੋ ਉਹ ਤਾਂ ਹਰ ਸਟੇਜ ਤੇ ਤੁਹਾਨੂੰ ਲੱਗਦਾ। ਅੱਜ ਤੁਸੀਂ ਇੱਕ ਮੰਨ ਲਓ ਮੀਡੀਆ ਹਾਊਸ ਦੇ ਵਿੱਚ ਕੰਮ ਕਰਦੇ ਹੋ, ਤੇ ਕਦੇ ਕਦੇ ਤੁਹਾਨੂੰ ਇਹ ਵੀ ਹੁੰਦਾ ਹੋ ਵੀ ਜੇ ਥੋੜੀ ਜਿਹੀ ਮੈਂ ਐਂ ਕਰ ਲੈਂਦਾ, ਅੱਜ ਮੈਂ ਮੀਡੀਆ ਹਾਊਸ ਦਾ ਮਾਲਕ ਵੀ ਹੁੰਦਾ। ਤੁਹਾਨੂੰ ਇਹ ਲੱਗਦਾ ਯਾਰ ਮੀਡੀਆ ਜੇ ਤੁਹਾਨੂੰ ਨਹੀਂ ਪਸੰਦ ਤਾਂ ਤੁਹਾਨੂੰ ਕਿਤੇ ਐਂ ਲੱਗਦਾ ਯਾਰ ਜੇ ਮੈਂ ਥੋੜਾ ਜਿਹਾ ਪੜ੍ਹ ਲੈਂਦਾ ਮੈਂ IAS ਅਫਸਰ ਵੀ ਬਣ ਸਕਦਾ ਸੀ, IPS ਵੀ ਬਣ ਸਕਦਾ ਸੀ, ਜਾਂ ਮੈਂ ਕੋਈ ਬਿਜ਼ਨਸ ਸ਼ੁਰੂ ਕਰ ਲੈਂਦਾ, ਅੱਜ ਹੋ ਸਕਦਾ ਮੇਰਾ ਵੱਡਾ ਅੰਪਾਇਰ ਹੁੰਦਾ। ਇਹ ਤਾਂ ਹਰੇਕ ਬੰਦਾ, ਮੈਨੂੰ ਦੱਸੋ ਕੌਣ ਨਹੀਂ ਸੋਚਦਾ? ਇਹ ਬੈਠੇ ਨੇ ਭਾਈ ਸਾਹਿਬ ਵੀ ਸੋਚਦੇ ਨੇ, ਤੁਸੀਂ ਵੀ ਸੋਚਦੇ ਹੋ, ਮੈਂ ਵੀ ਸੋਚਦਾ, ਤੇ ਮੈਂ ਵੀ ਸੋਚਦਾ ਵੀ ਜੇ ਮੈਂ ਇੰਜੀਨੀਅਰਿੰਗ ਕਰਨ ਦੀ ਬਜਾਏ ਉਦੋਂ ਨਾਲ ਯਾਰ IAS ਵੀ ਕਰ ਲੈਂਦਾ, ਮੈਂ ਸ਼ਾਇਦ ਹੋਰ ਕੋਈ ਸੀਨੀਅਰ ਅਫਸਰ ਬਣ ਜਾਂਦਾ, ਜਾਂ ਮੈਂ ਫਲਾਣੇ ਵੇਲੇ ਤੋਂ ਪੋਲੀਟਿਕਸ ਜੁਆਇਨ ਕਰ ਲੈਂਦਾ, ਮੈਂ ਐਂ ਹੋ ਜਾਂਦਾ। ਇਹ ਚੱਲਦਾ ਹੀ ਰਹਿੰਦਾ। ਇਹ ਤਾਂ ਜਦੋਂ ਰਿਜ਼ਲਟ ਨਿਕਲੇ ਸੀ ਮੈਨੂੰ ਲੋਕਾਂ ਦੇ ਬਹੁਤ ਫੋਨ ਆਏ ਜੀ, ਜਿਹੜੇ ਉਦੋਂ ਮੈਨੂੰ ਕਹਿੰਦੇ ਵੀ ਤਾਂ ਠੀਕ ਕੀਤਾ, ਉਹ ਹੁਣ ਕਹਿ ਰਹੇ ਸੀ ਹੁਣ ਤਾਂ ਯਾਰ ਜੇ ਤੂੰ ਉਧਰ ਹੀ ਰਹਿੰਦਾ ਤਾਂ ਅੱਜ ਹੋ ਸਕਦਾ ਤੂੰ ਮੰਤਰੀ ਬਣ ਜਾਂਦਾ। ਬਿਲਕੁਲ ਜੀ, ਠੀਕ ਹੈ ਨਾ। ਤੇ ਫੋਨ ਮੈਨੂੰ ਉਦੋਂ ਵੀ ਆਏ ਜਿੱਦੇ ਸਾਡੇ ਹਲਕੇ ਦੇ MLA ਜੋ ਬਣੇ ਸੀ ਵਿਜੇ ਸਿੰਗਲਾ ਜੀ, ਡਾਕਟਰ ਵਿਜੇ ਸਿੰਗਲਾ, ਤਾਂ ਉਹ ਮੰਤਰੀ ਬਣੇ ਸੀ, ਉਦੋਂ ਵੀ ਫੋਨ ਆਏ, ਤੇ ਜਿੱਦੇ ਉਹ ਫੜੇ ਗਏ ਸੀ ਉਦੋਂ ਹੀ ਫੋਨ ਆਏ, ਯਾਰ ਆਹ ਤਾਂ ਮਾੜਾ ਕੰਮ ਹੋ ਗਿਆ, ਯਾਰ ਉਹ ਫੜਿਆ ਗਿਆ ਜੀ, ਉਹਨੇ ਗਲਤ ਕੰਮ ਕਰ ਲਿਆ ਜੀ, ਉਹਨਾਂ ਨੇ ਕਰਤਾ ਜੀ, ਉਹ ਕਰਤਾ ਜੀ। ਤੇ ਮੈਂ ਫਿਰ ਉਹ ਲੋਕਾਂ ਨੂੰ ਇਹੀ ਕਹਿੰਦਾ ਸੀ ਵੀ ਯਾਰ ਤੁਸੀਂ ਹਰੇਕ ਗੱਲ ਮੂਹਰੇ ਜੇ ਲਾ ਕੇ ਕਹਿੰਦੇ ਹੋ, ਉਹ ਤਾਂ ਤੁਸੀਂ ਮੈਨੂੰ ਕਹਿੰਦੇ ਸੀ ਜੇ ਉੱਥੇ ਰਹਿੰਦੇ ਤੁਸੀਂ ਮੰਤਰੀ ਹੁੰਦੇ, ਤੇ ਜੇ ਮੈਂ ਮੰਤਰੀ ਹੋ ਕੇ ਇਹੋ ਜਿਹਾ ਕੁਛ ਕਰਦਾ ਫਿਰ ਤੁਸੀਂ ਕਹਿਣਾ ਸੀ ਯਾਰ ਮੰਤਰੀ ਨਾ ਹੀ ਬਣਦਾ। ਠੀਕ ਹੈ ਨਾ, MLA ਇਧਰ ਨਾ ਹੀ ਬਣਦਾ। ਇਸ ਕਰਕੇ ਕੁਛ ਨਹੀਂ ਹੁੰਦਾ ਜੀ ਕਿੱਧਰ ਕੀ ਠੀਕ ਹੋਣਾ ਕੀ ਗਲਤ ਹੋਣਾ। ਹੋ ਸਕਦਾ ਮੇਰੀ ਡੈਸਟੀਨੀ ਇਹੀ ਹੋਵੇ ਵੀ ਜੀ ਮੈਂ MLA ਬਣਨਾ ਸੀ, ਉਦੋਂ ਬਾਅਦ ਅੱਗੇ ਨਹੀਂ ਬਣਨਾ, ਤੇ ਜਿਹੜੇ ਉਧਰ ਰਹਿ ਵੀ ਗਏ ਤਾਂ ਮੈਨੂੰ ਇਹ ਦੱਸੋ ਵੀ ਉਹ ਸਾਰੇ ਮੰਤਰੀ ਨੇ। ਅਮਨ ਅਰੋੜਾ ਜੀ ਦਾ ਹੁਣ ਪ੍ਰੈਸ਼ਰ ਨਾਲ ਬਣੇ ਨੇ। ਬਿਲਕੁਲ ਜੀ, ਬਿਲਕੁਲ। ਬੀਬੀ ਬਲਜਿੰਦਰ ਕੌਰ ਹੈ, ਆਪਣੇ ਪ੍ਰਿੰਸੀਪਲ ਬੁੱਧਰਾਮ ਜੀ ਨੇ, ਬੀਬੀ ਮਾਨੂਕੇ ਹੈ, ਅੱਛੇ ਬੁਲਾਰੇ ਨੇ, ਅੱਛੇ ਪੜ੍ਹੇ ਲਿਖੇ ਨੇ, ਫਿਰ ਉਹ ਮੰਤਰੀ ਨਹੀਂ ਬਣੇ ਨਾ, ਤਾਂ ਉਹਨਾਂ ਨੇ ਤਾਂ ਪਾਰਟੀ ਨਹੀਂ ਛੱਡੀ। ਬਿਲਕੁਲ ਜੀ, ਠੀਕ ਹੈ ਨਾ। ਹੋਰ ਵੀ ਨੇ ਨਾਲ, ਕੁਲਵੰਤ ਸਿੰਘ ਪੰਡੋਰੀ ਹੈ, ਮਨਜੀਤ ਸਿੰਘ ਹੈ, ਕਿੰਨੇ ਬੰਦੇ ਨੇ, ਇਹ ਨਹੀਂ ਹੁੰਦਾ। ਬਾਕੀ 92 ਚੋਂ ਕੁਛ ਮੰਤਰੀ ਬਣੇ ਨੇ,
ਦੂਜੇ ਕਿਉਂ ਨਹੀਂ ਬਣੇ ਫਿਰ? ਜਾਂ ਤਾਂ ਘਾਟ ਦੱਸੋ ਨਾ। ਬਿਲਕੁਲ। ਉਦੋਂ ਤਾਂ ਆਪਣੇ ਕੰਵਰ ਵਿਜੇ ਪ੍ਰਤਾਪ ਨੂੰ ਵੀ IPS ਆਫੀਸਰ ਨੇ, ਹਾਲਾਂਕਿ ਹੋਰ ਰਿਟਾਇਰਡ ਆਪਣੇ ਛੱਡ ਕੇ ਆਏ ਨੇ ਜੋਬ ਪਾਰਟੀ ਦੀ ਖਾਤਰ, ਉਹਨਾਂ ਨੂੰ ਮੂਹਰੇ ਕਰਕੇ ਕਹਿ ਰਹੇ ਸੀ ਵੀ ਜਦੋਂ ਸਾਡੀ ਸਰਕਾਰ ਆਈ ਤਾਂ 24 ਘੰਟੇ ਦੇ ਵਿੱਚ ਅਸੀਂ ਕਲਪਰੇਟ ਫੜ ਲਾਂਗੇ, ਕਿਉਂਕਿ ਇਨਵੈਸਟੀਗੇਸ਼ਨ ਕੰਵਰ ਵਿਜੇ ਪ੍ਰਤਾਪ ਜੀ ਨੇ ਕੀਤੀ ਹੈ ਤੇ ਇਹਨਾਂ ਨੂੰ ਫੜਨੇ ਨੇ ਤੇ ਫੜ ਲਾਂਗੇ। ਤੇ ਉਹਨਾਂ ਨੂੰ ਜਿਵੇਂ ਕਹਿੰਦੇ ਨੇ ਵੀ ਉਹਨਾਂ ਦਾ ਸਵਾਲ ਵੀ ਨਹੀਂ ਲੱਗਣ ਦਿੰਦੇ ਛੇਤੀ ਕੀਤੇ, ਉੱਥੇ ਉਹਨੂੰ ਬੋਲਣ ਵੀ ਨਹੀਂ ਦਿੰਦੇ ਪ੍ਰੋਪਰਲੀ। ਬਿਲਕੁਲ। ਫਿਰ ਉੱਥੇ ਇਹ ਜੇ ਤਾਂ ਸਾਰਾ ਕਿਤੇ ਹੈ, ਜੇ ਉਹ ਵਿੱਚ ਰਹਿੰਦੇ ਉਹ ਅੱਜ ਸੋਚਦੇ ਹੁਣ ਵੀ ਜੇ ਮੈਂ ਨਾ ਛੱਡਦਾ ਹੋ ਸਕਦਾ ਮੈਂ ਕੱਲ੍ਹ ਨੂੰ DGP ਬਣਦਾ, ਮੈਂ ਹੁਣ ਕੀ ਕੱਟਿਆ। ਸਰ ਤੁਹਾਡੀ ਗੱਲ ਵਿਚਾਰ ਇੱਕ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਆਮ ਪਾਰਟੀ ਦੇ ਤੁਸੀਂ MLA ਸੀਗੇ ਤੇ ਕਾਂਗਰਸ ਦੀ ਸਰਕਾਰ ਸੀਗੀ, ਲੋਕਾਂ ਦੇ ਬਾਰੇ ਸੋਚਣਾ ਤੁਹਾਡੀ ਵੈਸੇ ਜ਼ਿੰਮੇਵਾਰੀ ਸੀ, ਉਹਨਾਂ ਬਾਰੇ ਸੋਚ ਕੇ ਤੁਸੀਂ ਚਲੋ ਪਾਰਟੀ ਚੇਂਜ ਕਰ ਲਈ ਹੈ, ਚਲੋ ਉਹਨਾਂ ਦੇ ਕੰਮ ਹੋਣੇ ਚਾਹੀਦੇ ਆ। ਠੀਕ ਹੈ ਜੀ। ਅੱਜ ਕੀ ਕੰਮ ਜਿਵੇਂ ਹੁਣ ਸਰਕਾਰ ਚੇਂਜ ਹੋ ਗਈ, ਅੱਜ ਉਹ ਕੰਮ ਤੁਹਾਡੇ ਮਤਲਬ ਹੁੰਦੇ ਜਾਂ ਕਿਤੇ ਕਰਨ ਨੂੰ ਰੋਣ ਵੀ ਹੁੰਦੇ? ਹੁਣ ਫਰਕ ਹੈ, ਹੁਣ ਅੜਚਣ ਪੈਂਦੀ ਇਸ ਤਰ੍ਹਾਂ ਕਿਸੇ ਤਰ੍ਹਾਂ ਦੀ? ਧਾਲੀਵਾਲ ਸਾਹਿਬ ਇੱਕ ਬੇਸਿਕ ਡਿਫਰੈਂਸ ਹੈ ਜੀ। ਉਦੋਂ ਮੈਂ MLA ਸੀ, ਲੋਕ ਕਹਿੰਦੇ ਸੀ ਹੋਰ ਕਿੱਥੇ ਜਾਈਏ ਤੁਹਾਨੂੰ ਵੋਟਾਂ ਪਈਆਂ। ਇਸ ਵਾਰੀ ਮੈਂ ਤਾਂ ਇਲੈਕਸ਼ਨ ਵੀ ਨਹੀਂ ਲੜਿਆ, ਮੈਨੂੰ ਪਾਰਟੀ ਨੇ ਜਿਹੜੀ 'ਚ ਮੈਂ ਗਿਆ ਸੀ ਕਾਂਗਰਸ ਨੇ ਉਹਨੇ ਟਿਕਟ ਵੀ ਨਹੀਂ ਦਿੱਤੀ। ਠੀਕ ਹੈ ਨਾ। ਤੇ ਇਸ ਕਰਕੇ ਮੇਰੀ ਉਨੀ ਮੋਰਲ ਰਿਸਪੌਂਸਿਬਿਲਟੀ ਨਹੀਂ ਬਣਦੀ ਵੀ ਮੈਂ ਕੰਮਾਂ ਲਈ ਜ਼ਿੰਮੇਵਾਰ ਹੋਵਾਂ। ਹਾਲਾਂਕਿ ਇਹੋ ਜਿਹੀ ਗੱਲ ਨਹੀਂ ਹੈ, ਮੈਂ ਇਸ ਚੀਜ਼ ਨੂੰ ਵੀ ਕਦਰ ਕਰਦਾ ਲੋਕਾਂ ਦੀ ਜਿਨ੍ਹਾਂ ਨੇ ਮੈਨੂੰ ਉਦੋਂ ਵੋਟਾਂ ਪਾਈਆਂ, ਇੰਨਾ ਮਾਣ-ਤਾਣ ਬਖਸ਼ਿਆ ਵੀ ਜੇ ਉਹਨਾਂ ਦਾ ਕੋਈ ਕੰਮ ਪੈਂਦਾ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਉਹਨਾਂ ਦੇ ਕੰਮ ਕਰਾ ਸਕਾਂ। ਕੋਈ ਸਰ ਵੀ ਜ਼ਰੂਰੀ ਨਹੀਂ ਵੀ MLA ਹੋਣਾ ਹੀ ਜ਼ਰੂਰੀ ਹੈ, ਜਿਹੜੇ ਲੋਕ ਪਿਆਰ ਕਰਦੇ ਨਾਲ ਜੁੜੇ ਹੁੰਦੇ ਨੇ ਉਹ ਉਮੀਦ ਕਰਦੇ ਹੀ ਨਹੀਂ। ਹਮੇਸ਼ਾ ਦੇਖੋ ਜੇ ਨਹੀਂ ਵੀ ਜੁੜਿਆ ਕੋਈ, ਅੱਜ ਕੋਈ ਲੋੜ ਪੈਂਦਾ ਹੈ ਤੁਸੀਂ ਉਹਦੀ ਮਦਦ ਕਰਨ ਦੀ ਕੈਪੈਸਿਟੀ 'ਚ ਹੈਗੇ ਹੋ, ਤੁਹਾਡੀ ਸਮਰੱਥਾ ਹੈਗੀ ਹੈ ਜੀ। ਠੀਕ ਹੈ ਨਾ। ਤੇ ਫਿਰ ਆਪਾਂ ਨੂੰ ਸਮਾਜ ਦੇ ਵਿੱਚ ਉਹ ਵੀ ਤਾਂ ਮਦਦ ਕਰਨੀ ਚਾਹੀਦੀ ਹੈ। ਮੈਂ ਤਾਂ ਫਿਰ ਉੱਥੋਂ ਇਲੈਕਸ਼ਨ ਲੜਿਆ, ਲੋਕਾਂ ਨੇ ਮੈਨੂੰ ਇੰਨਾ ਭਾਰੀ ਬਹੁਮਤ ਦਿੱਤਾ ਸੀ, ਮੈਂ ਤਾਂ ਉਸੇ ਦੇ ਲਈ ਆਪਣੇ ਆਪ ਨੂੰ ਕਰਜ਼ਦਾਰ ਸਮਝਦਾ। ਚਾਹੇ ਮੈਨੂੰ ਇੱਕ ਵਾਰੀ MLA ਬਣਾਇਆ ਤਾਂ ਲੋਕਾਂ ਨੇ। ਬਿਲਕੁਲ। ਇਹ ਤਾਂ ਨਹੀਂ ਹੈ ਵੀ ਮੈਂ ਕਹਾਂ ਵੀ ਉਹ ਤਾਂ ਜੀ ਗਏ ਜੀ ਹੁਣ ਜੀ। ਲੋਕਾਂ ਦਾ ਜਾਣੀ ਚਾਹੇ ਉਹ ਕਾਂਗਰਸੀ ਹੋਣ, ਅਕਾਲੀ ਹੋਣ, ਚਾਹੇ ਆਮ ਆਦਮੀ ਪਾਰਟੀ ਵਾਲੇ ਵਰਕਰ ਵੀ ਮੇਰੇ ਕੋਲ ਤਾਂ ਬਹੁਤ ਆ ਜਾਂਦੇ ਨੇ, ਪਹਿਲਾਂ ਵੀ ਆਉਂਦੇ ਸੀ ਹੁਣ ਵੀ ਆਉਂਦੇ ਨੇ। ਬਿਲਕੁਲ ਜੀ। ਇਸ ਕਰਕੇ ਇਹ ਨਹੀਂ ਹੁੰਦਾ, ਇਹ ਤਾਂ ਇਹ ਹੈ ਸਮਾਜ ਦੇ ਵਿੱਚ ਤੁਸੀਂ ਵਿਚਰਦੇ ਹੋ, ਜੇ ਤੁਹਾਡੇ 'ਚ ਕੋਈ ਕਲਾ ਹੈਗੀ ਹੈ ਜਾਂ ਤੁਹਾਡੀ ਕੋਈ ਕੈਪੈਸਿਟੀ ਹੈਗੀ ਕੰਮ ਕਰਨ ਦੀ, ਉਹ ਕਰਾ ਦੇਣਾ ਚਾਹੀਦਾ। ਸਰ ਜਿਸ ਤਰ੍ਹਾਂ ਹੁਣ ਆਮ ਪਾਰਟੀ ਦੀ ਸਰਕਾਰ ਹੈਗੀ, ਉਹਦੇ ਪ੍ਰਤੀਕਿਰਿਆ ਨੇ ਜੋ ਵੀ ਉਹਨਾਂ ਦੀ ਸੋਚ ਆ ਪੰਜਾਬ ਦੇ ਫਿਊਚਰ ਵਾਸਤੇ ਜੋ ਕਰ ਰਹੀ ਹੈ, ਤੁਸੀਂ ਬੜੀ ਮਤਲਬ ਕਈ ਗੱਲਾਂ ਤੋਂ ਉਹਨੇ ਨਿੰਦਾ ਵੀ ਕੀਤੀ ਹੈ, ਵੀ ਦੱਸਿਆ ਵੀ ਹੈ ਵੀ ਇਹ ਚੀਜ਼ਾਂ ਜਿਹੜੀ ਨਹੀਂ ਕਰ ਰਹੇ ਨੇ ਉਹ ਨਹੀਂ ਕਰਨੀ ਚਾਹੀਦੀ, ਪੰਜਾਬ ਦੇ ਫਿਊਚਰ ਵਾਸਤੇ ਅੱਗੇ ਵਾਸਤੇ ਠੀਕ ਨਹੀਂ ਹੈ। ਕਿਹੜੀ ਤੁਹਾਨੂੰ ਕਮੀਆਂ ਲੱਗ ਰਹੀਆਂ ਵੀ ਇਹ ਜਿਹੜੇ ਕੇਜਰੀਵਾਲ ਦੀ ਜੋ ਵਿੱਚ ਇਨਵੋਲਵ ਨੇਗੇ, ਜਾਂ ਦੱਸ ਰਹੇ ਨੇ ਵੀ ਕਹਿ ਰਹੇ ਨੇ ਵੀ ਕੇਜਰੀਵਾਲ ਹੀ ਪਿੱਛੇ ਬੋਲਦਾ ਗਾ, ਮੂਹਰੇ ਤਾਂ ਭਗਵੰਤ ਮਾਨ ਦਾ ਸਿਰਫ ਚਿਹਰਾ ਹੀ ਬੋਲ ਰਿਹਾ ਹੈਗਾ, ਤੁਹਾਨੂੰ ਕੀ ਲੱਗਦਾ ਸਰ? ਦੇਖੋ ਇਹ ਹੁਣ ਜੋ ਕੁਛ ਜਿਹੜੀਆਂ ਤੁਸੀਂ ਸਵਾਲ ਉਠਾਏ ਨੇ ਇਹ ਲੋਕਾਂ ਦੀ ਜ਼ੁਬਾਨ 'ਤੇ ਨੇ, ਕੋਈ ਇਹ ਨਹੀਂ ਵੀ ਉਹਨਾਂ ਲਈ ਨਵੀਂ ਗੱਲ ਹੈ ਵੀ ਤੁਸੀਂ ਦੱਸੋਗੇ ਜਾਂ ਮੈਂ ਦੱਸਾਂਗਾ। ਪਰ ਇਹ ਹੁੰਦਾ ਵੀ ਮੇਰੀ ਆਪਣੀ ਇੱਕ ਸੋਚ ਹੈ ਵੀ ਜਿਹੜਾ ਡੇ ਟੂ ਡੇ ਆਪਣਾ ਕੋਈ ਵੀ ਕੰਮਕਾਰ ਹੈਗਾ ਉਹ ਕੁਐਸਚਨੇਬਲ ਨਹੀਂ ਹੋਣਾ ਚਾਹੀਦਾ। ਠੀਕ ਹੈ, ਜਦੋਂ ਕੋਈ ਗੱਲ ਹੁੰਦੀ ਹੈ ਜਿਹੜੇ ਵਰਕਰ ਨੇ ਆਮ ਆਦਮੀ ਪਾਰਟੀ ਦੇ ਜਾਂ ਲੀਡਰਸ ਨੇ ਉਹ ਇਹ ਗੱਲ ਕਹਿ ਕੇ ਹੁਣ ਤੱਕ ਲੋਕਾਂ ਤੋਂ ਖਹਿੜਾ ਛਡਾਉਂਦੇ ਰਹੇ ਨੇ ਵੀ ਸਾਨੂੰ ਕੋਈ ਟਾਈਮ ਤਾਂ ਦਿਓ। ਮੈਂ ਕਹਿੰਦਾ ਠੀਕ ਹੈ, 5 ਸਾਲ ਦੀ ਸਰਕਾਰ ਚੁਣੀ ਜਾਂਦੀ ਹੈ ਤੇ ਨੰਬਰ 1 ਉਹ ਫਰੈਸ਼ ਆਏ ਨੇ ਸਾਰੇ, ਤੇ ਉਹਨੂੰ ਟਾਈਮ ਚਾਹੀਦਾ ਵੀ ਹੈ। ਬਿਲਕੁਲ। ਪਰ ਗੱਲ ਇਹ ਹੈਗੀ ਹੈ ਵੀ ਜਿਹੜੇ ਕੰਮ ਵਾਅਦੇ ਕੀਤੇ ਉਹਨਾਂ ਨੇ ਵੀ ਅਸੀਂ ਆਹ ਕੰਮ ਕਰਾਂਗੇ, ਸਾਡੀਆਂ ਗਰੰਟੀਆਂ ਦਿੱਤੀਆਂ ਹੋਰ ਨੇ, ਉਹਨਾਂ ਲਈ ਟਾਈਮ ਲੱਗ ਸਕਦਾ ਹੁੰਦਾ। ਜੋ ਉਹਦੀ ਪਲੈਨਿੰਗ ਵੀ ਕਰਨੀ ਹੈ, ਉਹਦੇ ਲਈ ਫਾਈਨਾਂਸ ਕਿੱਥੋਂ ਮੈਨੇਜ ਕਰਨੇ ਹੈ, ਉਹਦੇ ਲਈ ਵੀ ਤਾਂ ਟਾਈਮ ਚਾਹੀਦਾ ਹੈ, ਸਾਰਾ ਕੁਝ ਕਰਨਾ ਪੈਣਾ। ਪਰ ਡੇ ਟੂ ਡੇ ਗਵਰਨੈਂਸ ਹੈ ਜਿਹੜੀ ਉਹ ਤੇ ਕੁਐਸਚਨ ਨਹੀਂ ਉੱਠਣੇ ਚਾਹੀਦੇ ਇਹਨਾਂ ਦੀ ਫਰੋਮ ਡੇ 1। ਡੇ ਟੂ ਡੇ ਗਵਰਨੈਂਸ ਫਾਲਟੀ ਹੈ ਜੀ, ਜਿਹਦੇ ਕਰਕੇ ਲੋਕ ਇਸ ਤਰ੍ਹਾਂ ਦਾ ਰੌਲਾ ਪਾ ਰਹੇ ਨੇ। ਉਹ ਗਵਰਨੈਂਸ ਵੱਲ ਧਿਆਨ ਦੇਣਾ ਚਾਹੀਦਾ। ਕਿਤੇ ਲੱਗਦਾ ਵੀ ਤੁਹਾਨੂੰ ਆਪਸ ਦੇ ਵਿੱਚ ਇਹਨਾਂ ਦੇ ਕੋਈ ਅੰਦਰਗਤੀ ਫੁੱਟ ਵੀ ਪੈ ਸਕਦੀ ਹੈ ਜਾਂ ਪੈ ਰਹੀ ਹੈਗੀ, ਜਿਸ ਤਰ੍ਹਾਂ ਕਿ ਕੋਈ ਵੀ ਜਿਸ ਤਰ੍ਹਾਂ ਡਾਕਟਰ ਦੀ ਆਪਾਂ ਸਿੰਗਲਾ ਸਾਹਿਬ ਦੀ ਗੱਲ ਕਰਦੇ ਸੀਗੇ, ਹਜੇ ਥੋੜਾ ਟਾਈਮ ਹੀ ਹੋਇਆ ਸੀ ਇਹਨਾਂ ਨੂੰ, ਨਾਲ ਦੀ ਨਾਲ ਪਰਚਾ ਕਰਾ ਦਿੱਤਾ ਗਾ, ਅੰਦਰ ਕਰ ਦਿੱਤੇ ਨੇ, ਹੋਰ ਵੀ ਕਈਆਂ ਤੇ ਨਜ਼ਰ, ਬਾਕੀ ਖੁਦ ਵੀ ਕਾਂਗਰਸੀਆਂ ਤੇ ਵੀ ਨੱਥ ਕੱਸ ਰਹੇ ਨੇਗੇ ਵੀ ਇਹਨਾਂ ਨੂੰ ਵੀ ਅੰਦਰ ਇਸ਼ਾਰਾ ਹੁੰਦੀ ਹੈ ਭਗਵੰਤ ਮਾਨ ਦਾ ਹਰ ਵਾਰੀ, ਤੇ ਵੀ ਜਿਹੜੇ ਵੀ ਬੰਦਿਆਂ ਨੇ ਗਲਤ ਕੰਮ ਕੀਤੇ ਨੇਗੇ ਜਾਂ ਇਸ ਤਰ੍ਹਾਂ ਕਿ ਤੁਹਾਨੂੰ ਸਭ ਨੂੰ ਅੰਦਰ ਕਰਨਾ ਹੀ ਕਰਨਾ ਗਾ ਜੀ। ਨਹੀਂ, ਇਹ ਸੋਚ ਮਾੜੀ ਨਹੀਂ ਹੈਗੀ ਵੀ ਜੇ ਕਿਸੇ ਨੇ ਗਲਤ ਕੰਮ ਕੀਤੇ ਨੇ ਜਾਂ ਗਲਤ ਕੰਮ ਕਰ ਰਿਹਾ ਹੈ ਉਹਦੇ 'ਤੇ ਪੂਰਾ ਚੈੱਕ ਰੱਖਣਾ ਹੈ ਅਤੇ ਸਜ਼ਾ ਦੇਣੀ ਹੈ, ਨਾਲ ਦੀ ਨਾਲ ਫੜ ਲੈਣੇ ਆ। ਪਰ ਗੱਲ ਇਹ ਇਮੈਚਿਓਰਿਟੀ ਇਸ ਗੱਲ 'ਚ ਹੈ ਵੀ ਡਾਕਟਰ ਵਿਜੇ ਸਿੰਗਲਾ ਤਾਂ ਅੱਜ ਵੀ ਇਹ ਕਹਿ ਰਿਹਾ ਹੈ ਵੀ ਕੋਈ 1 ਰੁਪਈਆ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਲਿਆ ਸਾਬਤ ਕਰੇ, ਅਤੇ ਦੂਜੇ ਪਾਸੇ ਭਗਵੰਤ ਮਾਨ ਜੀ ਕਹਿੰਦੇ ਵੀ ਅਸੀਂ ਕਰਪਟ ਮੰਤਰੀ ਫੜ ਲਿਆ। ਦੋਨਾਂ ਦੀ ਜਿਹੜਾ ਕਲੇਮ ਨੇ ਉਹ ਦੋਨੇ ਡਿਫਰੈਂਟ ਨੇ, ਬੜਾ ਜ਼ਮੀਨ ਅਸਮਾਨ ਦਾ ਫਰਕ ਹੈ। ਇੱਕ ਪਾਸੇ ਜਿਹੜਾ ਬੰਦਾ ਫਸਿਆ ਉਹ ਤਾਂ ਕਹਿੰਦਾ ਮੈਂ ਇੱਕ ਪੈਸੇ ਦਾ ਰਵਾਦਾਰ ਨਹੀਂ, ਜਿਹਨੇ ਫਸਾਇਆ ਉਹ ਕਹਿੰਦਾ ਵੀ ਕਰਪਸ਼ਨ ਕਰ ਰਿਹਾ ਸੀ, ਕਮਿਸ਼ਨ ਮੰਗ ਰਿਹਾ ਸੀ। ਤਾਂ ਫਿਰ ਐਡੀ ਵੱਡੀ
ਭਗਵੰਤ ਮਾਨ ਨੂੰ ਕਿੱਡੀ ਕਾਹਲ ਸੀ ਵੀ ਵਾਹ ਖੱਟਣੀ ਹੈ ਮੰਤਰੀ ਨੂੰ ਫੜਾ ਕੇ ਜਾਂ ਕੋਈ ਹੋਰ ਹੈ। ਜਿਹੜਾ ਐਮਐਲਏ ਤੇ ਕੋਈ ਇਸ ਤਰ੍ਹਾਂ ਮੰਤਰੀ ਬਣ ਗਿਆ ਹੈ, ਮੰਤਰੀ ਬਣਨ ਤੋਂ ਬਾਅਦ ਉਹ ਤੇ ਇਹੋ ਜਿਹੇ ਐਲੀਗੇਸ਼ਨ ਕਰਦੇ ਨੇ, ਉਹਦੇ ਲਈ ਤਾਂ ਸਜ਼ਾ ਇਹ ਵੀ ਬਹੁਤ ਵੱਡੀ ਹੁੰਦੀ ਹੈ, ਉਹਨੂੰ ਉਹਦੇ ਤੋਂ ਪਾਸੇ ਕਰ ਦਿਓ, ਲਾਂਭੇ ਕਰ ਦਿਓ। ਬਿਲਕੁਲ ਜੀ। ਐਮਐਲਏ ਹੁਣ ਦੇਖੋ ਰਾਣਾ ਗੁਰਜੀਤ ਜੀ ਤੇ ਐਲੀਗੇਸ਼ਨ ਲੱਗੇ ਸੀ ਤੇ ਕਾਂਗਰਸ ਸਰਕਾਰ ਨੇ ਉਹਨਾਂ ਨੂੰ ਵੱਧ ਤੋਂ ਵੱਧ ਉਹਨਾਂ ਦਾ ਮੰਤਰੀ ਦਾ ਅਹੁਦਾ ਖੋਲ੍ਹਿਆ ਸੀ, ਉਹ ਘੱਟ ਸਜ਼ਾ ਸੀ। ਇੱਕ ਬੰਦਾ ਜਿਹੜਾ ਕੈਬਨਿਟ ਮੰਤਰੀ ਹੈ ਉਹਨੂੰ ਤੁਸੀਂ ਘਰੇ ਬਿਠਾ ਦਿਓ। ਉਸ ਵੇਲੇ ਬਿਨਾਂ ਛਾਣਬੀਨ ਤੋਂ ਫਿਰ ਜੇਲ੍ਹ ਨਹੀਂ ਭੇਜਣਾ ਚਾਹੀਦਾ ਸੀ। ਜਾਂ ਜੋ ਡਾਕਟਰ ਵਿਜੇ ਸਿੰਗਲਾ ਜੀ ਹੁਣ ਕਹਿੰਦੇ ਨੇ ਵੀ ਮੇਰੇ ਤੇ ਕੋਈ ਇੱਕ ਪੈਸੇ ਦਾ ਇਲਜ਼ਾਮ ਲਾ ਕੇ ਦਿਖਾਵੇ, ਤਾਂ ਫਿਰ ਭਗਵੰਤ ਮਾਨ ਜੀ ਹੁਣ ਚੁੱਪ ਕਿਉਂ ਨੇ? ਫਿਰ ਦੱਸਣਾ ਚਾਹੀਦਾ ਵੀ ਕਿਉਂ ਨਹੀਂ ਸੀ, ਵੀ ਕਿਆ ਸਬੂਤ ਆ ਉਹ ਦੇਣਾ, ਕਿਆ ਸਬੂਤ ਆ ਦੱਸ ਦੇਣਾ ਚਾਹੀਦਾ। ਬਿਲਕੁਲ ਜੀ। ਜਾਂ ਫਿਰ ਜੋ ਇੱਕ ਪਾਸੇ ਉਹ ਕਹਿੰਦੇ ਨੇ ਵੀ ਮੈਂ ਲੋਇਲ ਵਰਕਰ ਹਾਂ ਪਾਰਟੀ ਦਾ, ਤਾਂ ਫਿਰ ਲੋਇਲਟੀ ਜੇ ਹੈਗੀ ਹੈ, ਜੇ ਉਹ ਚੈਲੰਜਿੰਗ ਵੇ ਨਾਲ ਇਹ ਗੱਲ ਕਹਿੰਦਾ ਹੈ, ਤਾਂ ਫਿਰ ਉਹਨੂੰ ਬੁਲਾ ਕੇ ਕਹਿਣਾ ਚਾਹੀਦਾ ਵੀ ਇਸ ਤਰ੍ਹਾਂ ਦੀ ਤੂੰ ਕੋਈ ਸਟੇਟਮੈਂਟ ਨਹੀਂ ਦੇਣੀ ਜੀ। ਕੰਟਰੋਵਰਸੀ ਤਾਂ ਕ੍ਰੀਏਟ ਹੁੰਦੀ ਹੈ ਨਾ, ਲੋਕਾਂ ਦੇ ਮਨਾਂ 'ਚ ਇੱਕ ਭੁਲੇਖਾ ਪੈਂਦਾ ਵੀ ਇਹ ਕੀ ਗੱਲ ਹੈ ਯਾਰ, ਮੰਤਰੀ ਤਾਂ ਕਹਿੰਦਾ ਮੇਰਾ ਕੋਈ ਕਸੂਰ ਨਹੀਂ ਤੇ ਉਹ ਕਹਿੰਦੇ ਵੀ ਕਸੂਰਵਾਰ ਹੈ। ਇਹ ਉਸ ਤਰ੍ਹਾਂ ਦਾ ਮੈਂ ਕੰਪੈਰੀਜ਼ਨ ਕਰ ਸਕਦਾ ਜਿਵੇਂ ਛੋਟੇ ਬੁਰਜੀ ਤੇ ਐਲੀਗੇਸ਼ਨ ਲਾ ਕੇ ਉਹਨੂੰ ਕੱਢਿਆ ਸੀ, ਪਰ ਉਹ ਤੇ ਕੇਸ ਤਾਂ ਕੋਈ ਚਲਾਉਣਾ ਕੀ ਸੀ, ਪਰ ਉਹ ਘੱਟੋ ਘੱਟ ਵੀਡੀਓ ਤਾਂ ਪਬਲਿਕ ਕਰਨੀ ਚਾਹੀਦੀ ਸੀ, ਪਬਲਿਕ ਡੋਮੇਨ 'ਚ ਆਉਂਦੀ ਉਹ ਚੀਜ਼ ਵੀ ਆਹ ਦੇਖੋ ਜੀ ਲੋਕਾਂ ਨੂੰ ਲੱਗੇ ਹਾਂ ਬਾਕੀ ਠੀਕ ਕੱਢਿਆ ਵੀ ਆ ਪੈਸੇ ਲਈ ਜਾਂਦਾ ਸੀ ਜਾਂ ਕੋਈ ਹੋਰ ਹੈ। ਉਹ ਵੀਡੀਓ ਦਿਖਾਉਣ ਤੋਂ ਤਾਂ ਹਜੇ ਨਹੀਂ ਉਹ ਮੰਨਦੇ। ਬਿਲਕੁਲ ਕੋਈ ਦਿਖਾਉਣ ਉਹਦੀ ਮਾੜੀ ਮੋਟੀ ਪੈਸੇ ਲੈਂਦੇ ਦੀ ਕੋਈ ਦਿੰਦੇ ਦੀ ਕੁਝ ਵੀ ਨਹੀਂ ਹੈ। ਬਾਕੀ ਸਰ ਤੁਸੀਂ ਸਰਕਾਰੀ ਜਿਵੇਂ ਨਿੰਦਾ ਕਰ ਰਹੇ ਹੋਗੇ, ਤੁਹਾਨੂੰ ਕਿਹੜੇ ਇਹੋ ਜਿਹੇ ਕੰਮ ਲੱਗ ਰਹੇ ਨੇਗੇ ਜਿਹੜੇ ਉਹ ਨਿੰਦਾ ਨਹੀਂ ਕਰ ਰਿਹਾ ਮੈਂ? ਦੇਖੋ ਮੇਰੀ ਗੱਲ ਸੁਣੋ, ਇੱਕ ਹੈਲਦੀ ਕ੍ਰਿਟਿਸਿਜ਼ਮ ਕਰਨਾ ਕਿਸੇ ਦਾ ਉਹ ਮਾੜੀ ਗੱਲ ਨਹੀਂ ਹੁੰਦੀ। ਹੁਣ ਮੈਨੂੰ ਇੱਕ ਚੀਜ਼ ਦੱਸੋ ਵੀ ਉਹ ਕਹਿੰਦੇ ਸਾਨੂੰ ਟਾਈਮ ਦਿਓ, ਜਿੱਦੇ ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕਣ ਲਈ ਜਾਣਾ ਸੀ ਭਗਵੰਤ ਮਾਨ ਜੀ ਨੇ ਆਸ਼ੀਰਵਾਦ ਲੈਣ ਗੁਰੂ ਸਾਹਿਬ ਦਾ, ਤਾਂ ਉੱਥੇ ਸਾਰੇ ਪੰਜਾਬ ਦੀਆਂ ਬੱਸਾਂ ਇਕੱਠੀਆਂ ਕਰਨ ਦੀ ਕੀ ਲੋੜ ਸੀ? ਉਹੀ ਗੱਲ 11 ਤਰੀਕ ਨੂੰ ਰਿਜ਼ਲਟ ਨਿਕਲਿਆ, ਲੋਕਾਂ ਨੇ ਤੁਹਾਨੂੰ 92 ਸੀਟਾਂ ਜਿਤਾਤੀਆਂ, ਉੱਥੇ ਇਕੱਠ ਕਰਕੇ ਕੀ ਦਿਖਾਉਣਾ ਚਾਹੁੰਦੇ ਹੋ? ਕੋਈ ਨੇੜੇ ਇਲੈਕਸ਼ਨ ਹੈ? ਸੀਐਮ ਸਾਹਿਬ ਜਿੱਥੇ ਵੀ ਜਾਣ ਉਹਨੂੰ 500-700 ਬੰਦੇ ਪੈਰ ਮਤਲਬ ਦੱਬਣ ਵਾਲੇ ਤਾਂ ਵੈਸੇ ਹੀ ਮਿਲ ਜਾਂਦੇ ਨੇ, ਵੱਢਣ ਵਾਲੇ। ਬਿਲਕੁਲ ਜੀ, ਠੀਕ ਹੈ ਨਾ। ਉਹ ਇੰਨਾ ਕੁ ਇਕੱਠੀ ਬਹੁਤ ਹੁੰਦਾ। ਹੁਣ ਕੈਮਰੇ ਦੇ ਵਿੱਚ ਕਿਹੜਾ ਕੋਈ ਆਇਆ ਵੀ ਜੇ ਲੱਖ ਬੰਦਾ ਇਕੱਠਾ ਦਿਖਾਓਗੇ ਤੁਸੀਂ, ਪਰ ਜੇ ਗਏ ਨੇ, ਜੇ ਦਿਖਾਉਣਾ ਵੀ ਹੈ ਤੁਸੀਂ ਇੱਕ ਨਿਮਾਣੇ ਸ਼ਰਧਾਲੂ ਦੇ ਤੌਰ ਤੇ ਜਾਓ, ਆਸ਼ੀਰਵਾਦ ਲੈ ਕੇ ਆ ਜਾਓ। ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਜਿਤਾ ਤਾਂ ਦਿੱਤਾ, ਫਿਰ ਦੂਜੇ ਦਿਨ ਤੁਸੀਂ 3 ਕਰੋੜ ਰੁਪਇਆ ਲਾ ਕੇ ਉੱਥੇ ਸਹੁੰ ਚੁੱਕਦੇ ਹੋ। ਇਹ 'ਚ ਕੀ ਦੱਸਣਾ ਚਾਹੁੰਦੇ ਹੋ? ਜੇ ਤੁਹਾਨੂੰ ਇੰਨੇ ਹੀ ਜ਼ਿਆਦਾ ਹੈ ਵੀ ਭਗਤ ਸਿੰਘ ਜੀ ਨੂੰ ਗਲੋਰੀਫਾਈ ਕਰਨਾ ਹੈ ਵੀ ਸਾਡੇ ਮਹਾਨ ਸ਼ਹੀਦ ਨੇ, ਤਾਂ ਫਿਰ ਬਾਕੀ ਮੰਤਰੀ ਨੂੰ ਵੀ ਉੱਥੇ ਚੁਕਾ ਲੈਂਦੇ। ਮੰਤਰੀ ਉਹਨਾਂ ਦੇ ਕੁਝ ਨਹੀਂ ਸੀ ਲੱਗਦੇ ਜੀ। ਤੇ ਜਾਂ ਫਿਰ ਇੱਕ ਸਿੰਪਲ ਸਮਾਰੋਹ ਕਰਕੇ ਗਵਰਨਰ ਹਾਊਸ ਦੇ ਵਿੱਚ, ਰਾਜ ਭਵਨ ਦੇ ਵਿੱਚ ਸਹੁੰ ਚੱਕ ਕੇ ਫਿਰ ਸਾਰੇ ਮੰਤਰੀਆਂ ਨੂੰ ਲੈ ਜਾਂਦੇ ਉੱਥੇ ਸ਼ਰਧਾ ਦੇ ਤੌਰ ਤੇ ਭਗਤ ਸਿੰਘ ਜੀ ਦੀ ਚਰਨ ਸਪਰਸ਼ ਕਰੇ ਹੁੰਦੇ ਸਾਰੇ। ਉਦੋਂ ਬਾਅਦ ਚਾਹੇ ਸਾਰੇ ਕਿਤੇ ਮੱਥਾ ਟੇਕ ਆਉਂਦੇ, ਹੋਰ ਵੀ ਜਾਂਦੇ। ਸਾਡੇ ਸਭ ਤੋਂ ਵੱਡੀ ਕੁਰਬਾਨੀ ਵਾਲਾ ਸਥਾਨ ਜਿੱਥੇ ਸਾਡਾ ਸਿਰ ਝੁਕਦਾ ਹੈ ਉਹ ਤਾਂ ਗੁਰੂ ਮਹਾਰਾਜ ਦੇ ਬੱਚੇ ਜਿੱਥੇ ਨੀਹਾਂ 'ਚ ਚਣੇ ਗਏ, ਸਭ ਤੋਂ ਪਵਿੱਤਰ ਸਥਾਨ ਤਾਂ ਉਹ ਹੈ। ਫਿਰ ਬਿਲਕੁਲ ਜੀ, ਬਿਲਕੁਲ ਜਾ ਕੇ ਉੱਥੇ ਚੁੱਕਦੇ। ਫਿਰ ਕਿਉਂ ਨਾ ਅਸੀਂ, ਜੇ ਸਾਰਿਆਂ ਨੂੰ ਖੁਸ਼ ਕਰਨਾ ਹੈ, ਉਹ ਇਕੱਲੇ ਪੰਜਾਬੀਆਂ ਦੇ ਕਿਸੇ ਖਾਸ ਵਰਗ ਦੇ ਸੀਐਮ ਤਾਂ ਨਹੀਂ ਸੀ ਬਣ ਰਹੇ, ਉਹ ਸਾਰੇ ਪੰਜਾਬ ਦੇ ਬਣ ਰਹੇ ਸੀ। ਥੋੜੇ ਕਹਿੰਦਾ ਮਤਲਬ ਜਿਹੜੇ ਓਵਰ ਇਹ ਚੱਲਦੇ ਮਤਲਬ ਥੋੜੇ ਕਿ ਡਰਾਮੇਬਾਜ਼ੀ, ਉਹ ਡਰਾਮੇਬਾਜ਼ੀ ਕਰਨ ਦੀ ਕੀ ਲੋੜ ਹੈ ਜੀ? ਜਾਨੀ ਤੁਸੀਂ ਮੀਡੀਆ ਦੇ ਥਰੂ, ਸੋਸ਼ਲ ਮੀਡੀਆ ਆਪਰੇਟ ਕਰਕੇ, ਬੋਲੇ ਕਰਕੇ ਝੂਠ ਨੂੰ ਸੱਚ, ਸੱਚ ਨੂੰ ਝੂਠ ਬਣਾਉਂਦੇ ਹੀ ਰਹਿੰਦੇ ਹੋ। ਇਹ ਲੋਕ ਸਮਝਦੇ ਯਾਰ ਇਸ ਚੀਜ਼ ਨੂੰ, ਤੇ ਇਹ ਗਵਰਨੈਂਸ ਦਾ ਪਾਰਟ ਹੁੰਦਾ। ਹੁਣ ਉਹ ਓਪੋਜੀਸ਼ਨ 'ਚ ਨਹੀਂ ਹੈਗੇ, ਹੁਣ ਰੂਲਿੰਗ ਪਾਰਟੀ ਨੇ। ਉਹਨਾਂ ਨੂੰ ਸੋਚਣਾ ਚਾਹੀਦਾ ਵੀ ਅਸੀਂ ਜਵਾਬਦੇਹ ਹਾਂ, ਨਾ ਕਿ ਸਵਾਲ ਉਠਾਉਣ ਵਾਲੇ। ਤੇ ਉਹ ਤਾਂ ਹਜੇ ਵੀ ਸਵਾਲ ਉਠਾਈ ਜਾਂਦੇ ਨੇ। 70 ਸਾਲਾਂ 'ਚ ਕੀ ਕੀਤਾ ਜੀ? 70 ਸਾਲਾਂ 'ਚ ਕੀ ਕੀਤਾ ਜੀ? ਬਿਲਕੁਲ। ਹੁਣ ਜਦੋਂ ਚੱਕ ਕੇ ਫਾਜ਼ਿਲਕਾ, ਫਿਰੋਜ਼ਪੁਰ ਤੋਂ ਚੰਡੀਗੜ੍ਹ ਆਉਂਦੇ ਨੇ, ਤੇ ਜਿਹੜੇ ਪਹਿਲਾਂ 8-10 ਘੰਟੇ ਲੱਗ ਜਾਂਦੇ ਸੀ, ਹੁਣ 5-6 ਘੰਟੇ 'ਚ ਪਹੁੰਚ ਜਾਂਦੇ ਨੇ। ਉਹ ਪਤਾ ਹੀ ਨਹੀਂ ਲੱਗਦਾ ਵੀ ਕਿਹਨੇ ਕੀਤਾ। ਕਿਸੇ ਨੇ ਤਾਂ ਕੀਤਾ ਹੀ ਹੈ, ਚਾਹੇ ਅਕਾਲੀਆਂ ਨੇ ਕੀਤਾ, ਕਾਂਗਰਸ ਨੇ ਕੀਤਾ, ਹੋਇਆ ਤਾਂ 70 ਸਾਲ 'ਚ ਹੀ ਹੈ। 70 ਸਾਲ 'ਚ ਬਿਲਕੁਲ। ਤੇ ਆ ਲਾਈਟ ਲਾਈ ਬੈਠੇ ਆ, ਭਾਖੜਾ ਡੈਮ ਚੱਲ ਰਿਹਾ, ਥਰਮਲ ਬਣੇ ਨੇ, ਉਹ ਇਹਨਾਂ ਨੇ ਹੁਣ 4 ਮਹੀਨੇ 'ਚ ਬਣਾਏ ਨੇ ਆ ਕੇ। ਇਹ ਦੂਜੀਆਂ ਸਰਕਾਰਾਂ ਨੇ ਕੁਛ ਨਹੀਂ ਕੀਤਾ। ਬਿਲਕੁਲ ਜੀ। ਸਕੂਲਾਂ ਨੇ ਇੰਨੇ ਵਧੀਆ ਰਿਜ਼ਲਟ ਆ ਰਹੇ ਨੇ, ਇਹਨਾਂ ਨੇ ਆਪ ਗਲੋਰੀਫਾਈ ਕੀਤਾ। ਐਡਮਿਸ਼ਨਾਂ ਜੋ ਚਾਲੂ ਹੋਈਆਂ ਨੇ ਵੀ ਆ ਕੇ ਸਕੂਲਾਂ 'ਚ ਕਰੋ ਜੀ, ਆਪ ਉਹ ਦੱਸ ਰਹੇ ਨੇ ਐਡੇ ਵਧੀਆ ਸਕੂਲ ਨੇ। ਉਹ ਕਿਹਨੇ ਬਣਾਤੇ? ਇਹ 4 ਮਹੀਨਿਆਂ 'ਚ ਬਣ ਗਏ। ਇਹ ਥਾਂ ਟਰਾਂਸਮਿਸ਼ਨ ਲਾਈਨਾਂ ਬਣੀਆਂ ਪਈਆਂ ਨੇ, ਤਾਰਾਂ ਖਿੱਚੀਆਂ ਪਈਆਂ ਨੇ, ਇੰਨਾ ਕੁਛ ਹੋਇਆ ਪੰਜਾਬ ਦੇ ਵਿੱਚ, ਐਡੇ ਕਾਰਖਾਨੇ ਲੱਗੇ ਪਏ ਨੇ। ਇਹ 4 ਮਹੀਨੇ 'ਚ ਹੋਏ ਨੇ। ਬਿਲਕੁਲ ਜੀ। ਇਹ ਯਾਰ ਦੇਖੋ ਗੱਲ ਪਤਾ ਕੀ ਹੁੰਦੀ ਹੈ, ਆਪਾਂ ਇਹ ਨਹੀਂ ਕਹਿੰਦੇ ਤੁਸੀਂ ਠੀਕ ਹੈ, ਤੁਸੀਂ ਕਲੇਮ ਕਰਦੇ ਹੋ ਵਧੀਆ ਕਰਕੇ ਦਿਖਾਵਾਂਗੇ, ਦਿਖਾਓ। ਫਿਰ ਪਹਿਲੇ ਦਿਨ ਤੁਸੀਂ ਕਿਉਂ ਝਲਕਦੀ ਹੈ ਵੀ ਤੁਸੀਂ ਨਲਾਇਕੀਆਂ ਕਰੀ ਜਾਂਦੇ ਹੋ? ਇੱਕ ਪਾਸੇ ਤੁਹਾਡਾ ਖਜ਼ਾਨਾ ਖਾਲੀ ਹੈ, 50 ਕਰੋੜ ਰੁਪਇਆ ਤੁਸੀਂ ਦੂਜੀਆਂ ਸਟੇਟਾਂ 'ਚ ਐਡਵਰਟਾਈਜ਼ਮੈਂਟ ਤੇ ਲਾਈ ਜਾਂਦੇ ਹੋ, ਤੇ ਇਹ ਮੈਨੂੰ ਦੱਸੋ ਗਵਰਨੈਂਸ ਹੈ? ਇਹ 4 ਮਹੀਨੇ ਚਾਹ ਕਰਕੇ ਦਿਖਾਉਣਾ ਹੈ? ਉਹ 50 ਕਰੋੜ ਰੁਪਏ ਦੇ ਕਿੰਨੇ ਸਕੂਲ ਤੁਹਾਡੇ ਅਪਗ੍ਰੇਡ ਹੋ ਸਕਦੇ ਸੀ? ਜੇ ਤੁਸੀਂ ਕਹਿਣਾ ਜੀ ਮੁਹੱਲਾ ਕਲੀਨਿਕ ਬਣਾਉਣੇ ਹੋ, ਦਿੱਲੀ ਦੇ ਵਿੱਚ ਅਸੀਂ 20 ਲੱਖ ਰੁਪਏ ਲਾ ਕੇ ਮੁਹੱਲਾ ਕਲੀਨਿਕ ਤਿਆਰ ਕੀਤੇ ਨੇ, ਚਲੋ ਹੁਣ ਮਹਿੰਗਾਈ ਹੋ ਗਈ, ਉਹ ਤੇ 30 ਲੱਖ ਲੱਗ ਜੂ, 40 ਲੱਖ ਲੱਗ ਜੂ, 50 ਲੱਖ ਵੀ ਲੱਗ ਜੂਗਾ, ਤਾਂ ਤੁਸੀਂ 550 ਕਰੋੜ ਦੇ ਤੁਸੀਂ ਦੇਖੋ ਉਸੇ ਐਡਵਰਟਾਈਜ਼ਮੈਂਟ ਨਾਲ
ਕਿੰਨੇ ਮੁਹੱਲਾ ਕਲੀਨਿਕ ਬਣ ਜਾਂਦੇ, ਬਿਲਕੁਲ ਜੀ। ਤੇ ਉਹੀ ਮੁਹੱਲਾ ਕਲੀਨਿਕ ਦੀ ਤੁਸੀਂ ਆਪਦੀ ਐਡਵਰਟਾਈਜ਼ਮੈਂਟ ਕਰ ਲੈਂਦੇ। ਜਿੱਥੇ 20 ਲੱਖ ਰੁਪਏ ਜਾਂ 30 ਲੱਖ ਰੁਪਏ ਮੁਹੱਲਾ ਕਲੀਨਿਕ ਤੇ ਨਵਾਂ ਲਾਉਂਦੇ, ਉਸ 'ਚੋਂ 20,000 ਰੁਪਏ ਦੀ ਨੀਲੀ ਸ਼ਾਹੀ ਨਾਲ ਲਿਖ ਲੈਂਦੇ ਆਮ ਆਦਮੀ ਪਾਰਟੀ ਜਿੰਦਾਬਾਦ, ਭਗਵੰਤ ਮਾਨ ਜਿੰਦਾਬਾਦ, ਕੇਜਰੀਵਾਲ ਜਿੰਦਾਬਾਦ, ਜੋ ਮਰਜ਼ੀ ਕਰੀ ਜਾਂਦੇ। ਬਾਕੀ ਸਰ ਜਿਹੜੀ ਸਟੇਟਮੈਂਟ ਇਹ ਦਿੰਦੇ ਨੇ, ਤੁਹਾਨੂੰ ਕੀ ਲੱਗਦਾ ਬਾਰ-ਬਾਰ ਜਿਹੜੀ ਚੇਂਜ ਵੀ ਹੁੰਦੀ ਰਹਿੰਦੀ ਹੈ, ਇਹਦਾ ਕੀ ਕਾਰਨ ਹੋ ਸਕਦਾ ਜੀ? ਜਿਸ ਤਰ੍ਹਾਂ ਆਪਾਂ 600 ਯੂਨਿਟਾਂ ਦਾ ਵੀ ਗੱਲ ਕਰਦੇ ਆ, ਕਦੇ ਕਹਿੰਦੇ ਨੇ ਉਹਨਾਂ ਨੂੰ ਮਾਫ, ਕਦੇ ਕੋਈ ਪਲੈਨਿੰਗ ਆ ਜਾਂਦੀ, ਕਦੇ ਕੋਈ ਪਲੈਨਿੰਗ ਆ ਜਾਂਦੀ ਹੈ, ਇਹ ਕੀ ਰੀਜ਼ਨ ਹੋ ਸਕਦਾ ਸਰ? ਦੇਖੋ, ਜਿਹੜਾ ਵੇਵਰਿੰਗ ਮਾਈਂਡ ਹੁੰਦਾ ਨਾ, ਇਟ ਮੀਨਸ ਤੁਹਾਡੀ ਡਿਸੀਜਨ ਲੈਣ ਦੀ ਕੈਪੈਸਿਟੀ ਨਹੀਂ ਹੈਗੀ, ਜਾਂ ਕੈਪੈਸਿਟੀ ਉਹ ਕੁਐਸਚਨੇਬਲ ਹੈ ਜੀ। ਨਹੀਂ, ਜਦੋਂ ਤੁਹਾਨੂੰ ਪਤਾ ਹੈ, ਤੁਸੀਂ ਇੱਕ ਪਾਸੇ ਦਿੱਲੀ ਮਾਡਲ ਦੀ ਗੱਲ ਕਰਦੇ ਹੋ ਕਿ ਪੰਜਾਬ 'ਚ ਦਿੱਲੀ ਮਾਡਲ ਜੋ ਪਹਿਲੇ ਦਿਨ ਉੱਥੇ ਹੋਇਆ, ਉਹੀ ਪਹਿਲੇ ਦਿਨ ਇੱਥੇ ਨਹੀਂ ਸੀ ਹੋਣਾ ਚਾਹੀਦਾ। ਜਦੋਂ ਉੱਥੇ ਸਰਕਾਰ ਨੇ ਸਹੁੰ ਚੁੱਕੀ, ਕੇਜਰੀਵਾਲ ਜੀ ਸੀਐਮ ਬਣੇ, ਉਹਨਾਂ ਨੇ ਤਾਂ ਕੋਈ ਮਹਿਕਮੇ ਨਹੀਂ ਰੱਖਿਆ। ਉਹਨਾਂ ਤਾਂ ਸਾਰੇ ਡਿਪਟੀ ਸੀਐਮ ਨੂੰ ਮਹਿਕਮੇ ਦੇ ਤੇ ਸਾਰੇ ਦੂਜੇ ਮੰਤਰੀਆਂ ਨੂੰ ਦੇ ਤੇ ਆਪ ਸੁਪਰਵਾਈਜ਼ ਕਰਨ ਤੇ ਹੋ ਗਏ। ਇਹ ਵੀ ਦਿੱਲੀ ਮਾਡਲ ਦਾ, ਇੱਕ ਕੇਜਰੀਵਾਲ ਮਾਡਲ ਦਾ ਇੱਕ ਪਾਰਟ ਹੈ ਨਾ। ਤੇ ਫਿਰ ਇੱਥੇ ਵੀ ਭਗਵੰਤ ਮਾਨ ਉਵੇਂ ਕਰ ਲੈਂਦਾ, ਦਿੱਲੀ ਮਾਡਲ ਉਹਦੇ ਤੇ ਲਾਗੂ ਕਰ ਲੈਂਦਾ, ਇੱਕ ਵੀ ਮਹਿਕਮਾ ਆਪਣਾ ਰੱਖਦਾ। ਜਿਹੜੇ ਆ ਗ੍ਰੀਵੈਂਸਸ ਨੇ ਲੋਕਾਂ ਨੇ, ਉਹਨਾਂ ਨੇ ਆਪ ਨੰਬਰ ਲਾਂਚ ਕੀਤਾ। ਮੈਂ ਐਪਰੀਸ਼ੀਏਟ ਕਰਦਾ ਉਸ ਚੀਜ਼ ਨੂੰ ਵੀ ਚੱਲ ਲੋਕਾਂ ਦੀ ਕੋਈ ਅਪਰੋਚ ਤਾਂ ਹੋਈ ਹੈ, ਕਿਤੇ ਕੰਪਲੇਂਟ ਕਰ ਸਕਦੇ ਨੇ, ਤਾਂ ਉਹੀ ਨੰਬਰ ਲੈ ਕੇ ਲੋਕਾਂ ਦੀਆਂ ਕੰਪਲੇਂਟਸ ਲੈ ਕੇ ਆਪਦੇ ਮੰਤਰੀ ਨੂੰ ਸੁਪਰਵਾਈਜ਼ ਕਰਦੇ। ਫਿਰ ਦਿੱਲੀ ਮਾਡਲ ਦਾ ਉਹਦੇ ਤੋਂ ਸ਼ੁਰੂ ਹੁੰਦਾ। ਤੇ ਦਿੱਲੀ ਮਾਡਲ ਉਹ ਕੇਜਰੀਵਾਲ ਜੀ ਨੇ ਇੱਕ ਮਹਿਕਮਾ ਹੀ ਰੱਖਿਆ, ਨੇ 27-28 ਰੱਖ ਲਏ, ਤੇ ਫਿਰ ਦਿੱਲੀ ਮਾਡਲ ਦਾ ਉੱਥੇ ਫੇਲ ਕਰ ਲਿਆ ਇਹਨਾਂ ਨੇ। ਇਹ ਸਰ ਜਿਹੜੀ ਪਬਲਿਕ ਦੇ ਵਿੱਚ ਚੇਂਜਿੰਗ ਆ ਰਹੀ ਹੈਗੀ, ਜਿਸ ਤਰ੍ਹਾਂ ਇੱਕਦਮ ਇਹਨਾਂ ਨੂੰ 92 ਮਤਲਬ ਵਿਧਾਇਕ ਬਣਾ ਦਿੱਤੇ ਸੀਗੇ। ਹੁਣ ਜਿਹੜੀ ਇਲੈਕਸ਼ਨ ਹੋਈ ਸੀਗੀ ਸੰਗਰੂਰ ਦੇ ਵਿੱਚ, ਜ਼ਮੀਨੀ ਚੋਣ ਹੋਈ ਸੀ, ਉਹਦੇ ਵਿੱਚ ਜਿਹੜਾ ਰਿਜ਼ਲਟ ਆਇਆ ਸੀਗਾ, ਉਹ ਤੁਮਨੇ ਵੀ ਦੇਖਿਆ, ਸਾਰੀ ਦੁਨੀਆ ਨੂੰ ਪਤਾ ਲੱਗਿਆ ਕਿ ਭਗਵੰਤ ਮਾਨ ਆਪਦੇ ਹਲਕੇ ਦੇ ਵਿੱਚ ਹੀ ਆਪਣੇ ਵਿਧਾਇਕ ਨੂੰ, ਮਤਲਬ ਆਪਣੇ ਹੀ ਮੈਂਬਰ ਨੂੰ ਜਿਤਾ ਨਹੀਂ ਪਾਏ। ਇਹ ਕਾਰਨ ਇਹ ਵੀ ਹੋ ਸਕਦਾ ਵੀ ਪਬਲਿਕ ਸਮਝਣ ਲੱਗੀ ਇਸ ਚੀਜ਼ ਨੂੰ। ਧਾਲੀਵਾਲ ਸਾਹਿਬ, ਗੱਲ ਪਤਾ ਕੀ ਹੈ, 70 ਸਾਲਾਂ ਦੇ ਵਿੱਚ ਜਿੱਥੇ ਵਿਕਾਸ ਕਾਰਜ ਹੋਏ, ਚਾਹੇ ਕਾਂਗਰਸ ਨੇ ਕਰਾਏ, ਅਕਾਲੀਆਂ ਨੇ ਕਰਾਏ, ਜੋ ਵੀ ਰਿਹਾ ਉਹਨਾਂ ਨੇ ਕੀਤੇ। ਦੂਜੇ ਪਾਸੇ ਬੜੀਆਂ ਊਣਤਾਈਆਂ ਵੀ ਸੀ, ਕਰਪਸ਼ਨ ਦੇ ਕਿੱਡੇ ਕਿੱਡੇ ਇਲਜ਼ਾਮ ਲੱਗੇ, ਚਾਹੇ ਕਾਂਗਰਸ ਪਾਰਟੀ ਸੀ, ਅਕਾਲੀ ਦਲ ਸੀ। ਤੇ ਜਿਹੜੇ ਕਰਪਸ਼ਨ ਤੋਂ ਇਲਾਵਾ ਵੀ ਮੋਰਲ ਰਿਸਪੌਂਸਿਬਿਲਿਟੀ ਜਿਹੜੀਆਂ ਸੀਗੀਆਂ, ਜਾਂ ਮੋਰਲੀ ਇਨਕਰੈਕਸ਼ਨ ਹੋਈਆਂ, ਗਲਤੀਆਂ ਹੋਈਆਂ, ਉਹਨਾਂ ਲਈ ਚਾਹੇ ਕਾਂਗਰਸ ਦਾ ਦਰਬਾਰ ਸਾਹਿਬ ਦਾ ਅਟੈਕ ਲਾ ਲਓ, ਚਾਹੇ ਦਿੱਲੀ ਦੰਗੇ ਲਾ ਲਓ, ਇਸ ਤਰ੍ਹਾਂ ਦੇ ਕੰਮ ਹੋਏ। ਅਕਾਲੀਆਂ ਦਾ ਚਾਹੇ ਬੇਅਦਬੀ ਹੋ ਗਈ, ਚਾਹੇ ਉਹਨਾਂ ਦੇ ਜੋ ਬਾਬਾ ਰਾਮ ਰਹੀਮ ਨਾਲ ਉਹਨਾਂ ਦੇ ਰੌਲੇ ਰੱਪੇ ਪੈਂਦੇ ਰਹੇ, ਜਾਂ ਕੋਈ ਹੋਰ ਹੈ ਜਿਹਦੇ ਵਿੱਚ ਅਕਾਲ ਤਖ਼ਤ ਨੂੰ ਇਨਵੋਲਵ ਕੀਤਾ। 1978 ਤੋਂ ਲੈ ਕੇ ਨਿਰੰਕਾਰੀ ਕਾਂਡ ਤੋਂ ਲੈ ਕੇ ਉਹਨਾਂ 'ਤੇ ਜੋ ਦਾਗ ਲੱਗੇ ਨੇ, ਠੀਕ ਹੈ ਨਾ, ਉਹਨਾਂ ਕਰਕੇ ਲੋਕ ਅੱਕੇ ਪਏ ਸੀ। ਲੋਕ ਕੋਈ ਅਲਟਰਨੇਟਿਵ ਚਾਹੁੰਦੇ ਸੀ। ਪਹਿਲਾਂ ਅਲਟਰਨੇਟਿਵ ਇਹ ਹੁੰਦਾ ਸੀ ਵੀ ਜੇ ਅਕਾਲੀਆਂ ਨੂੰ ਬਣਾਤਾ, ਦੂਜੀ ਵਾਰੀ ਕਾਂਗਰਸ ਨੂੰ ਬਣਾਤਾ, ਕਾਂਗਰਸ ਤੋਂ ਅੱਕ ਗਏ ਤਾਂ ਅਕਾਲੀਆਂ ਨੂੰ ਬਣਾਤਾ। ਇਹ ਅਲਟਰਨੇਟਿਵ ਸੀ। ਇਸ ਵਾਰੀ ਇੱਕ ਨਵੀਂ ਪਾਰਟੀ ਖੜੀ ਹੋਈ ਸੀ ਜਿੱਤੋਂ ਲੋਕਾਂ ਨੂੰ ਉਮੀਦਾਂ ਸੀ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਵੀ ਜਦੋਂ ਕੋਈ ਇਸ ਤਰ੍ਹਾਂ ਦੇ ਫੈਸਲੇ ਹੁੰਦੇ ਨੇ ਤਾਂ ਕਿਸੇ ਨਾ ਕਿਸੇ ਸਟੇਜ ਤੇ ਹੋ ਸਕਦਾ ਹੈ ਆਈਡੀਅਲਿਸਟਿਕ ਅਪਰੋਚ ਰੱਖ ਕੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਹੋਣ, ਬਾਕੀ ਯਾਰ ਜੋ ਕਹਿੰਦੇ ਨੇ ਠੀਕ ਕਰਨਗੇ। ਦਿੱਲੀ ਦਾ ਬੇਸ਼ੱਕ ਹੋ ਸਕਦਾ ਮੀਡੀਆ ਥਰੂ ਹੀ ਪ੍ਰਭਾਵਿਤ ਹੋਈਏ ਅਸੀਂ, ਰਿਐਲਿਟੀ ਉੱਥੇ ਫੈਕਚੁਅਲ ਪੋਜੀਸ਼ਨ ਕੋਈ ਹੋਰ ਹੋਵੇ ਨਾ, ਉਸ ਤਰ੍ਹਾਂ ਦੇ ਕੰਮ ਹੋਏ ਹੋਣ ਜੇ ਕਲੇਮ ਕਰਦੇ ਨੇ। ਪਰ ਪੰਜਾਬ ਦੇ ਵਿੱਚ ਜੋ ਸਰਕਾਰ ਬਣੀ 3 ਮਹੀਨਿਆਂ 'ਚ ਫਿਰ ਲੋਕ ਕਿਉਂ ਅੱਕ ਗਏ? ਉਹ ਵੀ ਉਹੋ ਜਿਹੀ ਸੀਟ ਤੋਂ ਜਿੱਥੋਂ ਮੌਜੂਦਾ ਸੀਐਮ 2 ਵਾਰੀ MP ਰਹੇ, ਵੱਡੀ ਲੀਡ ਨਾਲ ਜਿੱਤਦੇ ਰਹੇ, ਤੇ ਉਸੇ ਜਾਣੀ ਕਹਿ ਲਓ ਲੋਕ ਸਭਾ ਸੀਟ ਦੀਆਂ 9 ਦੇ 9 ਵਿਧਾਨ ਸਭਾ ਹਲਕਿਆਂ 'ਚੋਂ ਤਕਰੀਬਨ 4.5 ਲੱਖ ਵੋਟਾਂ ਲੀਡ ਨਾਲ 9 ਦੇ 9 ਹਲਕੇ ਜਿੱਤੇ, ਤੇ ਉਸੇ 'ਚੋਂ ਜਾਣੀ ਉਹ ਹਾਰ ਰਹੇ ਨੇ। ਤਾਂ ਫਿਰ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ ਫਰੋਮ ਦਾ ਡੇ 1 ਜੋ ਕੀਤੀਆਂ ਗਲਤੀਆਂ, ਫਿਰ ਪਬਲਿਕ ਨੇ ਦਿਖਾਤਾ। ਬਿਲਕੁਲ ਜੀ। ਨਹੀਂ, ਮੈਨੂੰ ਇਹ ਦੱਸੋ ਹਜੇ ਤੱਕ ਕਿਹੜੀ ਸਰਕਾਰ ਹੈ ਜਿਹੜੀ 3 ਮਹੀਨਿਆਂ ਬਾਅਦ ਹੀ ਐਂ ਪਿਟ ਗਈ ਹੋਵੇ? ਬਿਲਕੁਲ। ਕਾਂਗਰਸ ਸਰਕਾਰ ਨੇ ਸਤੰਬਰ 'ਚ ਜਾ ਕੇ ਬਾਈ ਇਲੈਕਸ਼ਨ ਲੜੀ ਸੀ ਗੁਰਦਾਸਪੁਰ ਤੋਂ, ਸੁਨੀਲ ਜਾਖੜ ਜੀ ਪੌਣੇ 2 ਲੱਖ ਵੋਟਾਂ ਨਾਲ ਜਿੱਤੇ ਸੀ ਜੀ। ਹਾਲਾਂਕਿ ਉੱਥੋਂ ਕਾਂਗਰਸ ਪਹਿਲਾਂ ਨਹੀਂ ਸੀ ਜਿੱਤੀ, ਉੱਥੋਂ ਕਾਂਗਰਸ ਦੀਆਂ ਕੋਈ ਸੀਟਾਂ MLA ਦੀਆਂ ਜ਼ਿਆਦਾ ਨਹੀਂ ਸੀ, ਪਰ ਫਿਰ ਵੀ ਪੌਣੇ 2 ਲੱਖ ਵੋਟਾਂ ਨਾਲ ਜਿੱਤੇ ਸੀ। ਕਿਉਂਕਿ ਰੂਲਿੰਗ ਪਾਰਟੀ ਦਾ ਇੱਕ ਦਬਦਬਾ ਜਿਹਾ ਵੀ ਹੁੰਦਾ ਹੈ, ਇੱਕ ਲੋਕਾਂ 'ਚ ਇਹ ਵੀ ਹੁੰਦਾ ਵੀ ਹਜੇ ਯਾਰ ਇਹਨੇ 5 ਸਾਲ ਰਾਜ ਕਰਨਾ ਤਾਂ ਕੰਮ ਧੰਦੇ ਲਵਾਂਗੇ, ਕਾਹਨੂੰ ਇਹਨਾਂ ਨਾਲ ਐਵੇਂ ਵਿਰੋਧ ਪੈਦਾ ਕਰਨਾ। ਤੇ ਇੱਥੇ ਵਿਰੋਧ ਪੈਦਾ ਉਸ ਕੰਸਟੀਚੁਐਂਸੀ ਕਰ ਲਈ ਜਿਹੜੀ ਉਹਨਾਂ ਦੇ MLAs ਖੁਦ ਇਹ ਕਲੇਮ ਕਰਦੇ ਸੀ ਵੀ ਸੰਗਰੂਰ ਤਾਂ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ, ਵੀ ਇੱਥੇ ਤੁਸੀਂ ਹਾਰ ਹੀ ਨਹੀਂ ਸਕਦੇ। ਬਲੈਂਕਟ ਜਾਣੀਆਂ ਇਸ ਤਰ੍ਹਾਂ ਦੀਆਂ ਸਟੇਟਮੈਂਟ ਸੀਗੀਆਂ, ਤੇ ਪਰ ਉੱਥੋਂ ਲੋਕਾਂ ਨੇ ਕਿਸ ਤਰੀਕੇ ਨਾਲ ਹਰਾਏ, ਤੇ ਹਰਾਏ ਵੀ ਕਿਸ ਤੋਂ? ਜਿਹੜੇ ਉੱਥੋਂ ਕਿੰਨੇ ਵਾਰੀ ਹਾਰ ਚੁੱਕੇ ਸੀ, ਅਮਰਜੀਤ ਸਿੰਘ ਮਾਨ, ਤੇ ਉਹਨਾਂ ਦੀ ਪਾਰਟੀ ਦਾ ਕੋਈ ਐਡਾ ਵੱਡਾ ਆਧਾਰ ਨਹੀਂ ਸੀ ਪੰਜਾਬ ਦੇ ਵਿੱਚ, ਤੇ ਉਹਨਾਂ ਨੂੰ ਹਰਾ। ਉਹ ਕਾਰਨ ਕੀ ਸੀ? ਲੋਕ ਕਾਂਗਰਸ ਤੋਂ ਵੀ ਅੱਕੇ ਹੋਏ ਸੀ, ਹਜੇ 3 ਮਹੀਨੇ ਪਹਿਲਾਂ ਹਰਾ ਕੇ ਹਟੇ ਸੀ, ਅਕਾਲੀਆਂ ਤੋਂ ਵੀ ਅੱਕੇ ਹੋਏ ਸੀ, 3 ਮਹੀਨੇ ਪਹਿਲਾਂ ਉਹਨਾਂ ਨੂੰ ਘਰੇ ਤੋਰ ਕੇ ਹਟੇ ਸੀਗੇ, ਤੇ ਉਹ ਇਕੱਲੇ ਵਾਹਦ ਰਹਿ ਗਏ ਸੀ ਲੀਡਰ ਜਿਹੜੇ ਚਲੋ ਲੋਕਾਂ ਨੂੰ ਲੱਗਿਆ ਵੀ ਆਲਟਰਨੇਟਿਵ ਤੌਰ ਤੇ ਵੋਟ ਇਹਨਾਂ ਨੂੰ ਵੀ ਨਹੀਂ ਪਾਉਣੀ ਇਸ ਵਾਰੀ, ਉਹਨੂੰ ਲੈ। ਬਿਲਕੁਲ ਜੀ।
ਸਰ ਜਿਸ ਤਰ੍ਹਾਂ ਹੁਣ ਆਪਾਂ ਕਾਂਗਰਸ ਦੀ ਗੱਲ ਕਰ ਰਹੇ ਹਾਂਗੇ, ਕਾਂਗਰਸ ਦੀ ਚਖੜ ਜੀ ਦੀ ਗੱਲ ਕਰੋ, ਇਹ ਸ਼ਖਸੀਅਤਾਂ ਬੜੀਆਂ ਪੁਰਾਣੀਆਂ, ਬੜੇ ਹੀ ਮਤਲਬ ਆਪਣੀ ਕਾਂਗਰਸ ਪਾਰਟੀ ਨਾਲ ਬੜੇ ਟਾਈਮ ਤੋਂ ਸੇਵਾ ਨਿਭਾਉਂਦੇ ਆ ਰਹੇ ਨੇਗੇ, ਆ ਰਹੇ ਸੀਗੇ। ਕਈ ਹਸਤੀਆਂ ਵੀ ਨੇ ਜਿਹੜੀਆਂ ਹੁਣ ਪਿਛਲੇ ਸਮੇਂ ਕੁਝ ਸਮੇਂ ਪਹਿਲਾਂ ਹੀ ਪਾਰਟੀ ਨੂੰ ਛੱਡ ਕੇ ਅਲਵਿਦਾ ਕਰ ਚੁੱਕੀਆਂ ਨੇਗੀਆਂ, ਬੀਜੇਪੀ 'ਚ ਸ਼ਾਮਲ ਹੋ ਚੁੱਕੀਆਂ ਨੇਗੀਆਂ। ਕੀ ਕਾਰਨ ਮੰਨਦੇ ਹੋਗੇ ਵੀ ਇੱਕਦਮ ਹੀ ਛੱਡਣਾ, ਜਿਹੜੇ ਪੁਰਾਣੇ ਹੀ ਸੀਨੀਅਰ ਆਗੂ ਸੀਗੇ ਜੀ, ਕੀ ਕਾਰਨ ਹੋ ਸਕਦਾ ਜੀ? ਦੇਖੋ, ਜਿੱਥੇ ਤੱਕ ਜਾਖੜ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ, ਉਹਨਾਂ ਦਾ ਮੈਂ ਪਾਰਟੀਕੂਲਰਲੀ ਥੋੜ੍ਹਾ ਜਿਹਾ ਐਨਾਲਿਸਿਸ ਕੀਤਾ ਹੈ ਵੀ ਜਦੋਂ ਇੱਥੇ CLP ਦੀ ਮੀਟਿੰਗ ਕਾਲ ਕੀਤੀ ਗਈ ਸੀ ਹਾਈ ਕਮਾਂਡ ਵੱਲੋਂ, ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਅਸਤੀਫਾ ਲੈ ਲਿਆ ਸੀ ਉਸ ਦਿਨ ਜੀ, ਤੇ ਨਾਲ ਉਹਦੇ ਸ਼ਾਮ ਨੂੰ ਇਹ ਅਫਵਾਹ ਸੀ ਵੀ CM ਆਉਣ ਵਾਲਾ ਆਪਣੇ ਸੁਨੀਲ ਜਾਖੜ ਜੀ ਨੂੰ ਬਣਾਉਣਗੇ। ਤੇ ਸਾਰਿਆਂ ਨੂੰ ਲੱਗਦਾ ਸੀ, ਐਕਸੈਪਟੇਬਿਲਟੀ ਵੀ ਸੀ ਵੀ ਯਾਰ ਸਾਰੇ ਚਾਹੁੰਦੇ ਸੀ ਹਾਂ ਉਹਨਾਂ ਨੂੰ ਬਣਾ ਦਿਓ, ਸਿਆਣੇ ਬੰਦੇ ਨੇ, ਮੈਚੁਰ ਬੰਦੇ ਨੇ, ਆਫਟਰ MP ਵੀ ਰਹਿ ਚੁੱਕੇ ਨੇ, ਲੀਡਰ ਆਫ ਆਪੋਜੀਸ਼ਨ ਵੀ ਰਹਿ ਚੁੱਕੇ, ਮੰਤਰੀ ਵੀ ਰਹਿ ਚੁੱਕੇ ਨੇ। ਤੇ ਸਭ ਤੋਂ ਵੱਡੀ ਗੱਲ ਇਹ ਸੀ ਵੀ ਕਾਂਗਰਸ ਦੀ ਖਾਨਦਾਨੀ ਤੌਰ ਤੇ ਉਹ ਨਾਲ ਤੁਰੇ ਆ ਰਹੇ ਸੀ। ਉਹਨਾਂ ਦੇ ਫਾਦਰ ਬਲਰਾਮ ਜਾਖੜ ਜੀ ਕਿੰਨਾ ਲੰਬਾ ਚਿਰ ਲੋਕ ਸਭਾ ਦੇ ਸਪੀਕਰ ਰਹੇ, ਕਿੰਨਾ ਚਿਰ ਨੈਸ਼ਨਲ ਪੋਲਿਟਿਕਸ ਦੇ ਵਿੱਚ ਉਹਨਾਂ ਦਾ ਨਾਂ ਰਿਹਾ। ਇੱਕ ਵੱਡਾ ਇਕੱਲੇ ਕੱਦ ਦੇ ਤੌਰ ਤੇ ਵੱਡਾ ਨਹੀਂ ਸੀ, ਉਹ ਵੀ ਸੱਚੀ ਮੁੱਚੀ ਵੀ ਕੱਦ ਵੱਡਾ ਸੀ ਉਹਨਾਂ ਦਾ, ਹਾਂਜੀ ਹਾਂਜੀ, ਹਰ ਪੱਖੋਂ। ਤੇ ਉਸ ਤਰ੍ਹਾਂ ਦੇ ਬੰਦੇ ਨੂੰ ਇਸ ਤਰ੍ਹਾਂ ਦੀਆਂ ਅਫਵਾਹਾਂ ਡਾ ਕੇ ਵੀ ਉਹਨਾਂ ਨੂੰ ਹੀ ਬਣਾਇਆ ਜਾ ਰਿਹਾ, ਉਹਨਾਂ ਨੂੰ ਹੀ ਬਣਾਇਆ ਜਾ ਰਿਹਾ, ਜਦੋਂ ਕਿ CLP ਨੇ ਮੀਟਿੰਗ ਕਰਕੇ ਸਾਰੇ ਅਧਿਕਾਰ ਇਹ ਦਿੱਤੇ ਸੀ ਵੀ ਹਾਈ ਕਮਾਂਡ ਜਿਹਨੂੰ ਚਾਹੇ ਬਣਾ ਸਕਦੀ ਹੈ। ਦੂਜੇ ਦਿਨ ਤੱਕ ਇਹ ਰਿਹਾ ਵੀ ਹਾਂ ਬਣਾਉਣਗੇ। ਤਾਂ ਫਿਰ ਵੋਟਾਂ ਵੀ ਪਵਾ ਲਈਆਂ ਉਹਨਾਂ ਨੇ। ਮੈਨੂੰ ਹੀ ਫੋਨ ਆਇਆ ਸੀ ਵੀ ਤੁਸੀਂ ਕਿਹਨੂੰ ਤੁਸੀਂ ਚਾਹੁੰਦੇ ਹੋ ਜਾਂ ਕੋਈ ਹੋਰ ਹੈ। ਸਾਰਿਆਂ ਨੇ ਆਪਣੀ ਆਪਣੀ ਵੋਟਿੰਗ ਕੀਤੀ ਤਾਂ 80 ਕੇ 80 ਜਿੰਨੇ MLA ਨੇ ਵੋਟ ਪਾਈ, ਉਹਦੇ ਵਿੱਚੋਂ 42 ਵੋਟਾਂ 50% ਤੋਂ ਵੱਧ ਜਾਖੜ ਸਾਹਿਬ ਨੂੰ ਪੈ ਗਈਆਂ। ਤੇ ਫਿਰ ਤੁਸੀਂ 2 ਵਜੇ ਅਨਾਉਂਸ ਕਰਤਾ ਕਿਸੇ ਆਪਣੇ ਉਹਨਾਂ ਨੂੰ ਰੰਧਾਵਾ ਸਾਹਿਬ ਨੂੰ ਵੀ CM ਹੋਣਗੇ, ਉਹਨਾਂ ਨੂੰ ਘੰਟਾ ਕੁ CM ਹਜੇ ਸਹੁੰ ਵੀ ਨਹੀਂ ਚੱਕੀ, ਉਹਨਾਂ ਨੇ ਜਾ ਕੇ ਤੇ ਫਿਰ ਨਵਾਂ ਕਰਤਾ। ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਡਿਵੈਲਪਮੈਂਟਸ ਹੋਈਆਂ, ਜਿਹੜੀਆਂ ਟੋਟਲੀ ਅਨਡਿਜ਼ਾਇਰਡ ਸੀਗੀਆਂ, ਨਹੀਂ ਚਾਹੀਦੀਆਂ ਸੀ। ਕਹਿੰਦਾ ਭਾਵ ਵੀ ਪਿੱਛੋਂ ਜਿਹੜੀ ਆਪਣੀ ਹਾਈ ਕਮਾਂਡ ਸੀ, ਇਹ ਸਾਰੇ ਉਹਨਾਂ ਦੇ ਹੱਥੀਂ ਹੋ ਰਹੀ ਸੀ ਜੋ ਵੀ ਚੱਲ ਰਹੀ ਸੀਗੀ। ਨਹੀਂ ਦੇਖੋ, ਕਿਸੇ ਸਟੇਜ ਤੇ ਹੋਈ ਹਾਈ ਕਮਾਂਡ ਵੀ ਤਾਂ ਆਫਟਰ ਉਹਨਾਂ ਨੂੰ ਕੋਈ ਗਾਈਡ ਕਰਦਾ, ਉਹ ਡਾਇਰੈਕਟ ਤਾਂ ਕਿਸੇ ਨਾਲ ਕਨੈਕਟਡ ਹੁੰਦੇ ਨਹੀਂ। ਤਾਂ ਵਿੱਚ ਵਿਚਾਲੇ ਜਿਹੜੇ ਬੰਦੇ ਹੁੰਦੇ ਨੇ ਜਾਂ ਉਹਨਾਂ ਨੇ ਉਹਨਾਂ ਨੂੰ ਦੇਖੋ, ਮੈਂ ਤਾਂ ਇਹ ਕਹੂੰਗਾ ਵੀ ਮਿਸਗਾਈਡ ਹੀ ਕੀਤਾ ਉਹਨਾਂ ਨੇ। ਨਾਜੀ ਸਾਹਿਬ, ਤੁਹਾਨੂੰ ਇੰਨਾ ਨਹੀਂ ਲੱਗਦਾ ਵੀ ਜਿਸ ਤਰ੍ਹਾਂ ਕਿ ਆਪਣੇ ਸਿੱਧੂ ਸਾਹਿਬ ਵੀ ਸੀਗੇ, ਜਾਖੜ ਜੀ ਵੀ ਸੀਗੇ, ਰੰਧਾਵਾ ਵੀ ਸੀਗੇ, ਕਹਿੰਦੇ ਕਹਾਉਂਦੇ ਹਸਤੀਆਂ ਸੀਗੀਆਂ ਕਾਫੀ, ਤੇ ਇੰਨੇ ਕਹਿੰਦੇ ਕਹਾਉਂਦੇ ਹਸਤੀ ਮਤਲਬ ਚੇਂਜ ਹੋ ਗਈਆਂ, ਤੇ ਇੱਕ ਪ੍ਰਧਾਨਗੀ ਦਾ ਰੋਲ ਨਹੀਂ ਲੱਗ ਰਿਹਾ ਤੁਹਾਨੂੰ? ਦੇਖੋ, ਦੋ ਚੀਜ਼ਾਂ ਹੈ। ਜਦੋਂ ਨਵਜੋਤ ਸਿੰਘ ਸਿੱਧੂ ਜੀ ਨੂੰ ਪ੍ਰਧਾਨ ਬਣਾਇਆ ਸੀ, 10-12 MLA ਜਾਂਦੇ ਨੇ ਕੈਪਟਨ ਸਾਹਿਬ ਦੀ ਸ਼ਿਕਾਇਤ ਲੈ ਕੇ। ਉਹ ਬਲਕਿ ਇਹ ਕਹਿਣ ਦੀ ਬਜਾਏ ਸਿਆਣਪਤਾ ਇਹ ਚਾਹੀਦੀ ਸੀ ਵੀ ਉਹ ਕਹਿੰਦੇ ਜੀ ਵੀ ਮੈਂ ਮੈਟਰ ਹੈ ਜਿਹੜਾ ਹਾਈ ਕਮਾਂਡ ਨਾਲ ਡਿਸਕਸ ਕਰੂੰਗਾ ਤੇ ਆਪਾਂ ਅਕੋਰਡਿੰਗਲੀ ਕੋਈ ਫੈਸਲਾ ਲੈ ਲਾਂਗੇ ਜਿਹੜਾ ਪੰਜਾਬ ਦੇ ਪੱਖ 'ਚ ਹੋਵੇ। ਬਿਲਕੁਲ ਠੀਕ ਹੈ। ਤੇ ਉਹਨਾਂ ਨੇ ਜਿਹੜੀ ਉੱਥੇ ਇੱਕ ਬਲੈਂਕ ਸਟੇਟਮੈਂਟ ਦਿੱਤੀ ਵੀ ਆਉਣ ਵਾਲੀ ਜਿਹੜੀ ਇਲੈਕਸ਼ਨ ਹੈ ਉਹ ਕੈਪਟਨ ਅਮਰਿੰਦਰ ਸਿੰਘ ਜੀ ਦੀ ਪ੍ਰਧਾਨਗੀ 'ਚ ਹੀ ਲੜੀ ਜਾਊ, ਲੀਡਰਸ਼ਿਪ 'ਚ ਲੜੀ ਜਾਊਗੀ। ਠੀਕ ਹੈ। ਉਹ ਨਿਰਾਸ਼ ਹੋ ਕੇ ਆ ਗਏ ਤੇ ਉਦੋਂ ਹਫ਼ਤਾ 10 ਦਿਨ ਬਾਅਦ ਪੈਨ ਦਿੱਤਾ ਹੈ ਤੇ ਨਾਲ ਦੀ ਨਾਲ CLP ਦੀ ਮੀਟਿੰਗ ਕਾਲ ਕਰ ਲਈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਪੁੱਛਿਆ ਵੀ ਨਹੀਂ ਤੇ ਮੀਟਿੰਗ 5 ਵਜੇ ਹੋਣੀ ਹੈ, ਉਹਨਾਂ ਨੂੰ 11 ਵਜੇ ਕਹਿਤਾ ਤੁਸੀਂ ਰਿਜ਼ਾਈਨ ਦੇ ਦਿਓ। ਫਿਰ ਮੀਟਿੰਗ ਕਾਹਦੀ ਕਰ ਰਹੇ ਹੋ ਜੇ ਰਿਜ਼ਾਈਨ ਹੀ ਪਹਿਲਾਂ ਲੈਣਾ? ਉਹਦਾ ਵੈਸੇ ਹੀ ਕਹਿੰਦੇ ਵੀ ਰਿਜ਼ਾਈਨ ਦਿਓ ਜੀ। ਤੇ ਫਿਰ ਤੁਸੀਂ ਜਿਹੜੀਆਂ ਡਿਵੈਲਪਮੈਂਟਸ ਹੋਈਆਂ CLP ਦੀ ਮੀਟਿੰਗ 'ਚ ਡਿਸੀਜਨ ਇਹ ਹੁੰਦਾ ਹੈ ਵੀ ਜੀ ਹਾਈ ਕਮਾਂਡ ਜਿਹਨੂੰ ਮਰਜ਼ੀ ਬਣਾ ਦੇਵੇ, ਸਾਨੂੰ ਐਕਸੈਪਟੇਬਲ ਹੈ। ਉਦੋਂ ਬਾਅਦ ਦੂਜੇ ਦਿਨ ਫਿਰ ਮੀਟਿੰਗ ਕਾਲ ਕਰਦੇ ਹੋ, ਮੀਟਿੰਗ ਕੈਂਸਲ ਕਰਕੇ ਫਿਰ ਵੋਟਿੰਗ ਕਰਾਉਂਦੇ ਹੋ ਇਕੱਲੇ ਇਕੱਲੇ ਜਿਹੜੇ ਉੱਥੇ ਮੌਜੂਦ ਹੋਣਗੇ, ਜਾਂ ਸਾਨੂੰ ਟੈਲੀਫੋਨ ਤੇ ਪੁੱਛਿਆ ਗਿਆ ਇਕੱਲੇ ਇਕੱਲੇ ਨੂੰ ਵੀ ਕਿਹਨੂੰ ਬਣਾ ਦਈਏ ਜੀ। ਤਾਂ 42 ਬੰਦੇ 50% ਤੋਂ ਵੱਧ ਉਹ ਜਾਖੜ ਸਾਹਿਬ ਦੀ ਫੇਵਰ ਕਰ ਰਹੇ ਨੇ ਵੀ ਉਹਨਾਂ ਨੂੰ ਬਣਾ ਦਿਓ। ਤੇ ਫਿਰ ਤੁਸੀਂ ਵੋਟਾਂ ਕਰਾਈਆਂ ਕਰਦੇ ਨੇ ਜੇ ਵੋਟਾਂ ਮੁਤਾਬਕ ਫੈਸਲਾ ਨਹੀਂ ਲੈਣਾ। ਤੇ ਫਿਰ ਵੋਟਾਂ ਤੋਂ ਬਿਨਾਂ ਜਾ ਕੇ ਬਾਹਰ ਜਾ ਕੇ ਜੇ ਫੈਸਲਾ ਲੈਂਦੇ ਹੋ, ਤੁਸੀਂ 2 ਵਜੇ ਅਨਾਉਂਸ ਕਰਦੇ ਹੋ ਵੀ ਸੁਖਜਿੰਦਰ ਸਿੰਘ ਰੰਧਾਵਾ ਜੀ ਹੋਣ CM, ਉਹ ਹਜੇ ਢੋਲ ਵੱਜੀ ਜਾਂਦੇ ਨੇ, ਲੱਡੂ ਵੰਡੀ ਜਾਂਦੇ ਨੇ ਤੇ ਰਾਜ ਭਵਨ ਉਹਨੇ ਫਿਕਸ ਕਰ ਰਹੇ ਨੇ ਵੀ ਸਹੁੰ ਕਦੋਂ ਚੱਕੀਏ। ਤਾਂ ਘੰਟੇ ਬਾਅਦ ਚੰਨੀ ਸਾਹਿਬ ਨੂੰ ਤੁਸੀਂ ਅਨਾਉਂਸ ਕਰ ਦਿੰਦੇ ਹੋ। ਤਾਂ ਇੱਕ ਕਿਸਮ ਦੀ ਕਾਂਗਰਸ ਦੇ ਵਿੱਚ ਤੁਸੀਂ ਇੱਕ ਕਿਸ ਤਰ੍ਹਾਂ ਰਿਫਟ ਜੀ ਤਾਂ ਕ੍ਰੀਏਟ ਕਰਤੀ ਨਾ। ਜੀ ਜੀ ਬਿਲਕੁਲ। ਤੇ ਫਿਰ ਇੱਕ ਪਾਸੇ ਸਿੱਧੂ ਸਾਹਿਬ ਨੂੰ ਤੁਸੀਂ ਸ਼ਿੰਗਾਰੀ ਜਾਂਦੇ ਹੋ ਵੀ ਸਾਡਾ ਫੇਸ ਹੋਏਗਾ ਅਗਲੀ ਇਲੈਕਸ਼ਨ ਦੇ ਵਿੱਚ, ਪਰ ਜਦੋਂ ਅਨਾਉਂਸ ਕਰਦੇ ਹੋ ਤੁਸੀਂ ਉਹਦੇ ਚੰਨੀ ਸਾਹਿਬ ਨੂੰ ਅਨਾਉਂਸ ਕਰ ਦਿੰਦੇ ਹੋ ਵੀ ਸਾਡਾ ਫੇਸ ਇਹ ਹੋਣਗੇ। ਤੇ ਅਨਾਉਂਸ ਵੀ ਉਦੋਂ ਕੀਤਾ ਜਦੋਂ ਉਹਨਾਂ ਦੇ ਰੇਡ ਪੈ ਚੁੱਕੀ ਸੀ, 10 ਕਰੋੜ ਰੁਪਇਆ ਫੜਿਆ ਗਿਆ ਸੀ ਉਹਨਾਂ ਦੇ ਕਲੋਜ਼ ਰਿਸ਼ਤੇਦਾਰ ਤੋਂ, ਤੇ ਪ੍ਰਾਪਰਟੀ ਦੇ ਡਾਕੂਮੈਂਟ ਫੜੇ ਗਏ ਸੀ ਜਿਹੜੇ ਉਹਨਾਂ ਇਨਵੈਸਟਮੈਂਟਸ ਕੀਤੀਆਂ। ਤੇ ਮੈਨੂੰ ਇਹ ਦੱਸੋ, ਪੰਜਾਬ ਦੇ ਲੋਕਾਂ ਨੂੰ ਇੰਨਾ ਕਮਲਾ ਕਿਉਂ ਸਮਝਿਆ ਹੋਇਆ ਵੀ ਸ਼ਾਇਦ ਜਿੱਧਰ ਅਸੀਂ ਕਹਾਂਗੇ ਉਧਰ ਹੀ ਵੋਟ ਪਾ ਦੇਣਗੇ? ਬਿਲਕੁਲ ਜੀ। ਤੇ ਉਹਨਾਂ ਨੇ ਫਿਰ ਦੇਖੋ ਜਿਹੜੀ ਹੁਣ ਦੇ ਹਾਲਾਤ ਨੇਗੇ, ਪਾਰਟੀਆਂ ਮਤਲਬ ਇਹ ਪਾਰਟੀ ਚੇਂਜ ਕਰੀ ਜਾਂਦੇ ਨੇਗੇ ਆਪਣੀ ਵਿਧਾਇਕ ਕਾਂਗਰਸੀ ਜਿਹੜੇ ਮੈਂਬਰ ਨੇ, ਸੀਨੀਅਰ ਮੈਂਬਰ ਨੇਗੇ, ਤੇ ਇਹ ਮਤਲਬ ਕੀ ਕਾਰਨ ਹੋ ਸਕਦਾ? ਜਿਸ ਤਰ੍ਹਾਂ ਕਿ ਪਿੱਛੇ ਗੱਲ ਉੱਡੀ ਸੀ ED ਦੀ, ED ਦਾ ਇੱਕ ਪ੍ਰੈਸ਼ਰ ਹੈ ਜਾਂ ED ਤੋਂ ਡਰਦੇ ਮਾਰੇ ਹੀ ਇਹ ਪਾਰਟੀਆਂ ਛੱਡ ਰਹੀਆਂ ਨੇ?
ਪ੍ਰੈਸ਼ਰ ਪਾ ਕੇ ਤਾਂ ਉਹਨਾਂ ਨੇ ਕੀ ਲੈਣਾ ਹੁਣ ਇਸ ਸਟੇਜ ਤੇ, ਹਨਾ। ਇਲੈਕਸ਼ਨ ਤੋਂ ਪਹਿਲਾਂ ਤਾਂ ਜਿਵੇਂ ਚੰਨੀ ਸਾਹਿਬ ਤੇ ਰੇਡ ਕੀਤੀ ਸੀ, ਉਹ ਤਾਂ ਪ੍ਰੈਸ਼ਰ ਟੈਕਸ ਨਹੀਂ, ਇਹ ਤਾਂ ਇੱਕ ਪਰਿਵਾਰ ਸਮਝਦੇ ਸੀ ਸਾਡੀ ਜਿਹੜੀ ਪਾਰਟੀ ਮਾਂ ਆ ਗਈ, ਇੰਨੇ ਪੁਰਾਣੇ ਬੰਦੇ ਨੇਗੇ ਜੀ, ਤੁਸੀਂ ਵੀ ਹੁਣ ਸੀਨੀਅਰ ਬੰਦੇ ਹੋ ਵੈਸੇ, ਚਾਹੇ ਪਾਰਟੀ ਦੇ ਵਿੱਚ ਨਵੇਂ ਆਏ ਹੋਗੇ, ਇੰਨੀ ਤਾਂ ਜਾਣਕਾਰੀ ਰੱਖਦੇ ਹੋ ਤੁਸੀਂ ਸਰ, ਵੀ ਜਿਹੜੇ ਪੁਰਾਣੇ ਇੰਨੇ ਸਾਲਾਂ ਤੋਂ ਸੇਵਾ ਨਿਭਾਉਂਦੇ ਰਹੇ ਬੀਜੇਪੀ ਨੂੰ, ਇਹ ਕਹਿੰਦੇ ਬੀਜੇਪੀ ਦੀ ਨਿੰਦਾ ਕਰਦੇ ਸੀ, ਅੱਜ ਬੀਜੇਪੀ ਚੰਗੀ ਕਿਵੇਂ ਲੱਗਣ ਲੱਗੀ? ਦੇਖੋ ਗੱਲ ਇਸ ਤਰ੍ਹਾਂ ਈਡੀ ਦੀ ਪ੍ਰੈਸ਼ਰ ਕਰਕੇ ਚੇਂਜ ਹੋਈ? ਜਿਹੜੇ ਬੰਦਿਆਂ ਦਾ ਤੁਸੀਂ ਚੇਂਜ ਕਰਨ ਦੀ ਗੱਲ ਕਰਦੇ ਹੋ, ਜੇ ਉਹਨੂੰ ਪਾਰਟੀ ਨਾਲ ਇੰਨਾ ਹੀ ਪਿਆਰ ਹੁੰਦਾ ਤਾਂ ਫਿਰ ਉਹ ਗਲਤ ਕੰਮ ਹੀ ਕਿਉਂ ਕਰਦੇ? ਪਾਰਟੀ ਬਦਨਾਮ ਹੋਈ, ਅੱਜ ਛੱਡਣ ਦੀ ਨੌਬਤ ਕਿਉਂ ਆਉਂਦੀ? ਜੇ ਪਾਰਟੀ ਨਾਲ ਇੰਨੀ ਅਟੈਚਮੈਂਟ ਹੁੰਦੀ, ਇਟ ਮੀਨਸ ਜਦੋਂ ਸਰਕਾਰ ਬਣੀ ਸੀ ਉਹ ਸੁਹਿਰਦਤਾ ਨਾਲ ਕੰਮ ਕਰਦੇ, ਪਾਰਟੀ ਹੋਰ ਸਮਾਂ ਅੱਗੇ ਜਾਂਦੀ। ਤੇ ਜਦੋਂ ਪਾਰਟੀ ਦੇ ਬੇੜੀਆਂ 'ਚ ਬੱਟੇ ਉਹਦੀ ਪਾਤੇ ਜਦੋਂ ਉਹਨਾਂ ਕੋਲੇ ਪਾਵਰਾਂ ਸੀ, ਵੀ ਉਦੋਂ ਤਾਂ ਸਾਰਿਆਂ ਨੇ ਲੁੱਟ ਮਚਾਤੀ। ਇਹ ਨਹੀਂ ਵੀ ਜਿਹੜੇ ਉੱਧਰ ਗਏ ਉਹਨਾਂ ਨੇ ਮਚਾਤੀ, ਦੂਜੇ ਵੀ ਸੀਗੇ ਵਿੱਚ ਜੀ, ਕੋਈ ਬਚਿਆ। ਤਾਂ ਫਿਰ ਤੁਸੀਂ ਮੈਨੂੰ ਇਹ ਦੱਸੋ ਵੀ ਫਿਰ ਉਹੋ ਜਿਹੇ ਬੰਦਿਆਂ ਤੋਂ ਕੀ ਐਕਸਪੈਕਟ ਕੀਤਾ ਜਾ ਸਕਦਾ ਹੈ? ਉਹ ਕੋਈ ਲੋਕਾਂ ਦੇ ਹਿੱਤ 'ਚ ਥੋੜ੍ਹਾ ਗਏ ਨੇ ਵੀ ਅਸੀਂ ਇਹ ਕੰਮ ਕਰਨਾ, ਉਹ ਤਾਂ ਆਪਦੀ ਚਮੜੀ ਬਚਾਉਣ ਗਏ ਨੇ ਵਿਚਾਰੇ। ਸਰ ਤੁਸੀਂ ਕੀ ਮੰਨਦੇ ਹੋ ਹੁਣ ਜਿਹੜੇ ਮੌਜੂਦਾ ਹਾਲਾਤ ਨੇ, ਕਾਂਗਰਸ ਕਿੰਨੀ ਕਿ ਤੁਹਾਨੂੰ ਲੱਗਦੀ ਕਿ ਡਾਊਨ ਹੋ ਚੁੱਕੀ ਹੈਗੀ? ਦੇਖੋ ਅੱਜ ਦੀ ਡੇਟ ਤਾਂ ਇਹੀ ਹੈ ਵੀ ਕਾਂਗਰਸ ਨੂੰ ਰਿਵਾਈਵ ਕਰਨ ਵਾਸਤੇ ਕਾਫੀ ਕੁਝ ਕਰਨਾ ਪਊਗਾ। ਮੈਂ ਇਲੈਕਸ਼ਨ ਤੋਂ ਪਹਿਲਾਂ ਰਾਹੁਲ ਗਾਂਧੀ ਜੀ ਨੂੰ ਇੱਕ ਮੇਲ ਕੀਤੀ ਸੀ, ਜਿਹਦੀਆਂ ਕਾਪੀਆਂ ਮੈਂ ਸੀਨੀਅਰ ਲੀਡਰਸ ਨੂੰ ਵੀ ਬਾਅਦ 'ਚ ਭੇਜਤੀਆਂ ਸੀਗੀਆਂ। ਉਹਦੇ ਵਿੱਚ ਇੱਕੋ ਗੱਲ ਸੀ ਵੀ ਮੈਂ ਇਹੀ ਸੁਜੈਸਟ ਕੀਤਾ ਸੀ ਵੀ ਜੇ ਤੁਸੀਂ ਚਾਹੁੰਦੇ ਹੋ ਦੇਸ਼ ਨੂੰ ਬਚਾਉਣਾ ਤਾਂ 2024 'ਚ ਇਹ ਨਹੀਂ ਵੀ ਹੁਣ 5 ਸਟੇਟਾਂ ਦੀਆਂ ਬਾਈ ਇਲੈਕਸ਼ਨ ਹੋ ਰਹੀ ਹੈ ਉਦੋਂ ਜਦੋਂ ਮੈਂ ਇਹ ਮੇਲ ਪਾਈ ਸੀ ਵੀ ਇਲੈਕਸ਼ਨ ਹੋ ਰਹੀ ਹੈ ਤੇ ਇਹਦੇ ਵਿੱਚ ਜਿੱਤਣਾ ਕਿਵੇਂ ਹੈ, ਨਹੀਂ, ਆਪਾਂ ਨੂੰ ਟਾਰਗੇਟ 2024 ਰੱਖਣਾ ਚਾਹੀਦਾ ਹੈ ਵੀ ਅਸੀਂ ਦੇਸ਼ ਨੂੰ ਵੀ ਬਚਾਉਣਾ, ਪਾਰਟੀ ਨੂੰ ਬਚਾਉਣਾ ਹੈ। ਕਿਉਂਕਿ ਅੱਜ ਇਹ ਤਾਂ ਮਹਿਸੂਸ ਕਰਦੇ ਆ ਸਾਰੇ ਕਮਿਊਨਲ ਫੋਰਸਿਸ ਦੇ ਅੰਡਰ ਜਾਣੀ ਜੋ ਕੁਝ ਹੋ ਰਿਹਾ ਹੈ, ਤਾਂ ਕੱਲ੍ਹ ਨੂੰ ਦੇਸ਼ ਬਰਬਾਦ ਹੋ ਸਕਦਾ ਹੈ। ਤੁਸੀਂ ਆਪਣੇ ਹਲਕੇ ਦੀ ਗੱਲ ਕਰ ਰਹੇ ਹੋ, ਆਪਦੀ ਪਾਰਟੀ ਨੂੰ ਬਚਾਉਣ ਵਾਸਤੇ ਤੁਹਾਡੀ ਕੀ ਪ੍ਰਤੀਕਿਰਿਆ ਸਰ ਇਸ ਬਾਰੇ? ਮੇਰੇ ਹਲਕੇ ਨੂੰ ਬਚਾਉਣ ਵਾਸਤੇ ਪ੍ਰਤੀਕਿਰਿਆ ਉਹੀ ਹੈ ਜੋ ਪਾਰਟੀ ਨੂੰ ਤੇ ਦੇਸ਼ ਨੂੰ ਬਚਾਉਣ ਦੀ ਹੈ। ਮੇਰਾ ਹਲਕਾ ਕੋਈ ਦੇਸ਼ ਤੋਂ ਅਲੱਗ ਥੋੜ੍ਹਾ, ਪਰ ਇਹ ਹੈਗਾ ਵੀ ਜਿੱਥੇ ਪਰ ਸਰ ਇਹ ਚੀਜ਼ ਹੁੰਦੀ ਹੈ ਨਾ ਵੀ ਜਿਸ ਬੰਦੇ ਦੀ ਕੋਈ ਰਿਸਪੌਂਸਿਬਿਲਟੀ ਵੀ ਤੇਰਾ ਇਹ ਇਲਾਕਾ ਇਹ ਹਲਕਾ ਗਾ, ਉਸ ਨੂੰ ਤਾਂ ਉਹ ਬੰਦਾ ਹੀ ਕਵਰ ਕਰ ਸਕਦਾ ਸਰ। ਹਾਂ, ਉਹਦੇ ਵਿੱਚ ਇਹ ਹੈ ਵੀ ਮੈਂ ਆਪਦੇ ਹਲਕੇ ਦੇ ਵਿੱਚ ਲੋਕਾਂ ਲਈ ਅਵੇਲੇਬਲ ਰਹਿਣਾ, ਇਨ ਟੱਚਾਂ, ਚਾਹੇ ਫੋਨ ਤੇ ਚਾਹੇ ਮਿਲ ਕੇ, ਜੇ ਕੋਈ ਮੈਨੂੰ ਬੁਲਾ ਲੇ ਮੈਂ ਜਾਂਦਾ ਵੀ ਹਾਂ। ਇਹੀ ਹੁੰਦਾ ਵੀ ਜਦੋਂ ਅਸੀਂ ਓਪੋਜੀਸ਼ਨ ਹੁੰਦੇ ਹਾਂ ਤਾਂ ਇਹ ਹੁੰਦਾ ਵੀ ਘੱਟੋ ਘੱਟ ਲੋਕਾਂ ਦੇ ਸੰਪਰਕ 'ਚ ਰਹੀਏ, ਤੇ ਉਹ ਕਰੀ ਜਾਂਦੇ ਹਾਂ। ਬਾਕੀ ਨਾਰਾਜ਼ ਵਰਕਰਾਂ ਨੂੰ ਮਨਾਉਣ ਵਾਸਤੇ ਕਿੱਦਾਂ ਦੇ ਮਤਲਬ ਆਪਣੇ ਕੋਈ ਟਾਰਗੇਟ ਲੈ ਕੇ ਚੱਲ ਰਹੇ ਹੋ? ਦੇਖੋ ਮੈਂ ਪਾਰਟੀ ਦਾ ਕੋਈ ਸੀਨੀਅਰ ਲੀਡਰ ਨਹੀਂ ਹੈਗਾ ਤੇ ਮੇਰੀ ਕੋਈ ਰਿਸਪੌਂਸਿਬਿਲਟੀ ਵੀ ਇਸ ਸਿੰਗਲ ਤੋਂ ਪਾਰਟੀ ਨਹੀਂ ਲਾਈ ਵੀ ਤੁਸੀਂ ਨਾਰਾਜ਼, ਕਿਉਂਕਿ ਮੈਂ ਤਾਂ ਇਹ ਕਹ ਲਓ ਵੀ ਨਵਾਂ ਰਿਕਰੂਟੀ ਇਹਨਾਂ 'ਚ ਜੀ, ਠੀਕ ਹੈ ਨਾ, ਤੇ ਮੈਨੂੰ ਔਨ ਵੀ ਨਹੀਂ ਕੀਤਾ। ਜੇ ਔਨ ਕੀਤਾ ਹੁੰਦਾ ਤਾਂ ਸ਼ਾਇਦ ਮੈਨੂੰ ਟਿਕਟ ਦੇ ਦਿੰਦੇ। ਜੀ ਜੀ, ਜੇ ਟਿਕਟ ਦਿੰਦੇ ਫਿਰ ਪਤਾ ਲੱਗਦਾ ਵੀ ਮੈਨੂੰ ਲੋਕ ਪਸੰਦ ਕਰਦੇ ਆ ਕਿ ਨਹੀਂ ਕਰਦੇ। ਅਦਰਵਾਈਜ਼ ਤਾਂ ਇਹ ਹੁੰਦਾ ਵੀ ਹਰੇਕ ਕੈਂਡੀਡੇਟ ਇਹ ਸੋਚਦਾ ਵੀ ਮੈਂ ਜਿੱਤਦਾ ਜੀ, ਹੋ ਸਕਦਾ ਮੈਂ ਉਹਨਾਂ ਨੂੰ ਵੀ ਵੱਧ ਵੋਟਾਂ ਨਾਲ ਹਾਰ ਜਾਂਦਾ, ਹੋ ਸਕਦਾ ਜਿੱਥੇ 18 ਜਿੱਤੇ ਨੇ ਮੈਂ 19ਵਾਂ ਹੁੰਦਾ। ਇਹ ਤਾਂ ਰਿਜ਼ਲਟ ਨਿਕਲਣ ਤੇ ਪਤਾ ਲੱਗਣਾ ਸੀ ਨਾ। ਇਹ ਤਾਂ ਨਹੀਂ ਹੈ ਵੀ ਆਪਾਂ ਇਹ ਸੋਚ ਲਈਏ ਵੀ ਮੈਨੂੰ ਟਿਕਟ ਦਿੰਦੇ ਤਾਂ ਮੈਂ ਜਿੱਤਣਾ ਸੀ, ਜਾਂ ਉਹ ਕਹਿਣ ਵੀ ਅਸੀਂ ਤਾਂ ਨਹੀਂ ਟਿਕਟ ਦਿੱਤੀ ਵੀ ਨਹੀਂ ਤਾਂ ਜਮਾਂ ਹੀ ਹਾਰਨਾ ਸੀ। ਇਹ ਤਾਂ ਕੁਝ ਵੀ ਨਹੀਂ ਸੀ ਵੋਟਾਂ ਲੈਂਦਾ, ਇਹ ਰਿਜ਼ਲਟ ਆਉਣ ਤੇ ਪਤਾ ਲੱਗਣਾ ਸੀ। ਠੀਕ ਹੈ ਸਰ। ਸਰ ਬਾਕੀ ਜਿਸ ਤਰ੍ਹਾਂ ਤੁਸੀਂ ਸੀਨੀਅਰ ਹੋਗੇ, ਤੁਸੀਂ ਸਰਕਾਰ ਦੇ ਵੀ ਤੁਸੀਂ ਇੱਕ ਰਹਿ ਚੁੱਕੇ ਹੋ, ਪਹਿਲਾਂ ਕੋਈ ਵਰਕਰ ਮਤਲਬ ਜਿੰਨਾ ਕਿ ਸਮਾਜ ਸੇਵੀ ਕੰਮ ਵੀ ਕਰਦੇ ਰਹੇ ਹੋਗੇ, ਪੋਲਿਟਿਕਸ ਦੇ ਵਿੱਚ ਵੀ ਆ ਚੁੱਕੇ ਹੋ, ਥੋੜੇ ਤਜਰਬੇ ਦੇ ਹਿਸਾਬ ਨਾਲ ਆਉਣ ਵਾਲੇ ਹਾਲਾਤ ਕੀ ਨਜ਼ਰ ਆ ਰਹੇ ਨੇ ਸਰ ਤੁਹਾਨੂੰ? ਦੇਖੋ ਆਉਣ ਵਾਲੇ ਹਾਲਾਤ 'ਚ ਮੈਂ ਤਾਂ ਇੱਕੋ ਹੀ ਸਮਝਦਾ ਵੀ ਜਿਹੜੇ ਪੋਲੀਟੀਕਲ ਕਲਾਸ ਹੈ ਸਾਡੀ, ਉਹਨੂੰ ਰਿਸਪੌਂਸੀਬਲ ਹੋਣਾ ਚਾਹੀਦਾ ਲੋਕਾਂ ਪ੍ਰਤੀ। ਬਿਲਕੁਲ। ਨੰਬਰ 2, ਜਿਹੜੇ ਉਹਨੂੰ ਚੁਣਦੇ ਨੇ ਉਹਨਾਂ ਨੂੰ ਉਦੋਂ ਵੀ ਰਿਸਪੌਂਸੀਬਲ ਹੋਣਾ ਚਾਹੀਦਾ ਵੀ ਉਹ ਦੇਖ ਤਾਂ ਲੈਣ ਵੀ ਜਿਸ ਬੰਦੇ ਨੂੰ ਅਸੀਂ ਚੁਣ ਰਹੇ ਹਾਂ ਵੀ ਉਹਦੀ ਕੋਈ ਅੰਡਰਸਟੈਂਡਿੰਗ ਹੈਗੀ ਹੈ, ਇੰਨਾ ਕੁ ਪੜ੍ਹਿਆ ਲਿਖਿਆ ਹੈਗਾ ਵੀ ਸਾਡੀ ਸਮੱਸਿਆ ਨੂੰ ਅਸੀਂ ਦੱਸੀਏ ਤੇ ਉਹ ਸਮਝ ਲਵੇ, ਇੰਨਾ ਕੁ ਤਜਰਬਾ ਹੈਗਾ ਵੀ ਉਹ ਸਮੱਸਿਆ ਨੂੰ ਹੈਂਡਲ ਕਰਨ ਯੋਗ ਹੋਵੇ, ਤੇ ਕੀ ਉਹਦੀ ਕ੍ਰੈਡੀਬਿਲਿਟੀ ਇਹ ਹੈ ਵੀ ਉਹਦੇ ਵਿੱਚ ਉਹ 'ਤੇ ਲੋਕ ਵਿਸ਼ਵਾਸ ਕਰਦੇ ਹੋਣ ਵੀ ਇਮਾਨਦਾਰ ਬੰਦਾ ਹੈ। ਤੇ ਇਹ ਤਿੰਨਾਂ ਗੱਲਾਂ ਤੋਂ ਨਾ ਜੀ, ਪੜ੍ਹਾਈ ਲਿਖਾਈ, ਤਜਰਬਾ, ਇਮਾਨਦਾਰੀ ਦੇ ਨਾਲ ਇੱਕ ਸਭ ਤੋਂ ਵੱਡੀ ਗੱਲ ਹੈਗੀ ਹੈ, ਜਾਣੀ ਤੁਸੀਂ ਲਾਇਬਿਲਿਟੀ ਫਰੀ ਵੀ ਹੋਣੇ ਚਾਹੀਦੇ ਹੋ। ਇਹ ਵੀ ਨਹੀਂ ਹੋਣਾ ਚਾਹੀਦਾ ਵੀ ਤੁਹਾਡੇ ਕੋਲ ਜ਼ਿੰਮੇਵਾਰੀ ਹੈ, ਤੁਸੀਂ ਹਰ ਪਾਸਿਓਂ ਘਿਰੇ ਹੋਏ ਆ ਉਹਦੀਆਂ ਲਾਇਬਿਲਿਟੀਜ਼ ਦੇ ਵਿੱਚ, ਉੱਥੇ ਕਿਤੇ ਨਾ ਕਿਤੇ ਤੁਸੀਂ ਤਿਲਕ ਜਾਂਦੇ ਹੋ। ਬਿਲਕੁਲ ਸਰ। ਤੇ ਮੈਂ ਇਹ ਸਮਝਦਾ ਵੀ ਇਹ ਇਸ ਤਰ੍ਹਾਂ ਜਿਹੜੀ ਸਿਲੈਕਸ਼ਨ ਹੈ ਲੋਕਾਂ ਨੂੰ ਵੀ ਸਮਝਣੀ ਚਾਹੀਦੀ ਹੈ। ਬਾਕੀ ਇਹ ਹੈ ਵੀ ਆਪਾਂ ਡੈਮੋਕ੍ਰੇਸੀ ਦੇ 4 ਥੰਮ ਆ, ਪੋਲੀਟੀਕਲ ਕਲਾਸ ਵੀ ਹੈ, ਲੈਜਿਸਲੇਟਿਵ, ਤੇ ਨੰਬਰ 2 ਤੇ ਐਗਜ਼ੈਕਟਿਵ ਵੀ ਆ ਜਾਂਦੀ ਹੈ, ਜੁਡੀਸ਼ਰੀ ਆ ਜਾਂਦੀ ਹੈ, ਤੇ ਤੁਸੀਂ ਵੀ ਹੈਗੇ ਹੋ ਪ੍ਰੈਸ ਵੱਲੋਂ ਜਿਹੜਾ ਚੌਥਾ ਥੰਮ ਹੋ ਡੈਮੋਕ੍ਰੇਸੀ ਦਾ। ਜੀ ਸਰ। ਤੇ ਸਾਰਿਆਂ ਨੂੰ ਰੋਲ ਆਪਣਾ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਤੇ ਆਪਾਂ ਨੂੰ ਇਹ ਪਤਾ ਹੀ ਹੈ ਵੀ ਹੁਣ ਇਸ ਵੇਲੇ, ਕਿਉਂਕਿ ਆਪਾਂ ਹੁਣ ਆਪਸ ਦੇ ਵਿੱਚ ਮੈਂ ਪੋਲੀਟੀਕਲ ਕਲਾਸ ਨੂੰ ਬਿਲੋਂਗ ਕਰਦਾ, ਤੁਸੀਂ ਜਣੀ ਆਪਦਾ ਮੀਡੀਆ ਨੂੰ ਬਿਲੋਂਗ ਕਰਦੇ ਹੋ, ਪ੍ਰੈਸ ਨੂੰ ਬਿਲੋਂਗ ਕਰਦੇ ਹੋ, ਜੀ। ਤੇ
ਆਪਾਂ ਆਪਣੀ ਵੀ ਗੱਲ ਕਰੀਏ ਹਨਾ, ਆਪਾਂ ਜੁਡੀਸ਼ਰੀ ਤੇ ਐਗਜ਼ੈਕਟਿਵ ਦੀ ਜੋ ਇੱਥੇ ਬੰਦਾ ਪ੍ਰੈਜ਼ੈਂਟ ਹੀ ਨਹੀਂ, ਆਪਾਂ ਕਿਉਂ ਗੱਲ ਕਰੀਏ, ਪਰ ਜਾਣਦੇ ਸਭ ਕੁਝ ਹੀ ਆ ਵੀ ਉੱਥੇ ਕੀ ਹੋਈ ਜਾਂਦਾ। ਤੇ ਦੂਜੇ ਪਾਸੇ ਮੈਨੂੰ ਇਹ ਦੱਸੋ ਵੀ ਇਸ ਵੇਲੇ ਨੈਸ਼ਨਲ ਲੈਵਲ ਤੇ ਮੀਡੀਆ ਤੇ ਕਿੰਨੇ ਐਲੀਗੇਸ਼ਨ ਲੱਗਦੇ ਨੇ ਪੱਖਪਾਤ ਦੇ, ਕੀ ਕੁਝ ਕਰੀ ਜਾਂਦੇ ਨੇ ਹਨਾ, ਤੇ ਉਹ ਫਿਰ ਰਿਸਪੌਂਸਿਬਿਲਟੀ ਨਿਭਾ ਰਹੇ ਨੇ। ਲੋਕਾਂ ਦਾ ਧਿਆਨ ਹਮੇਸ਼ਾ ਜਾਂਦਾ ਪੋਲੀਟੀਕਲ ਲੀਡਰਸ ਵੱਲ ਵੀ ਦੇਸ਼ ਖਾ ਗਏ ਜੀ, ਐਂ ਕਰ ਗਏ ਜੀ, ਉਹ ਕਰ ਗਏ ਜੀ। ਜੋ ਕੁਛ ਇਸ ਵੇਲੇ ਸਾਡਾ ਮੀਡੀਆ ਰੋਲ ਨਿਭਾ ਰਿਹਾ, ਜੋ ਉਹਨਾਂ ਨੂੰ ਨਿਭਾਉਣਾ ਬਣਦਾ ਡੈਮੋਕ੍ਰੇਸੀ 'ਚ, ਕੀ ਸਾਡੀ ਐਗਜ਼ੈਕਟਿਵ ਰੋਲ ਨਿਭਾ ਰਹੀ ਹੈ ਜਿਹੜਾ ਨਿਭਾਉਣਾ ਬਣਦਾ ਹੈ, ਜੁਡੀਸ਼ਰੀ ਨਿਭਾ ਰਹੀ ਹੈ ਜਿਹੜਾ ਬਣਦਾ ਹੈ। ਇਸ ਕਰਕੇ ਇਹ ਜ਼ਿੰਮੇਵਾਰੀ ਇਕੱਲੇ ਪੋਲੀਟੀਕਲ ਲੀਡਰਸ ਦੀ ਨਹੀਂ, ਇਹ ਆਪਣੀ ਸਾਰਿਆਂ ਦੀ ਹੈ, ਕਲੈਕਟਿਵ ਰਿਸਪੌਂਸਿਬਿਲਟੀ ਹੈ। ਹਰੇਕ ਬੰਦਾ ਸੋਚੇ ਵੀ ਕੀ ਮੇਰੇ ਲੈਵਲ ਤਾਂ ਨਹੀਂ ਕੁਝ ਗਲਤ ਹੋ ਰਿਹਾ, ਜੀ ਆਪਾਂ ਉਸ ਐਂਗਲ ਤੋਂ ਇਹਦੇ ਪੈਰਾਮੀਟਰ ਤਾਂ ਫਿਕਸ ਕਰਨੇ ਚਾਹੀਦੇ ਨਾ। ਵੀ ਜਿਹੜਾ ਹੁਣ ਫਾਰ ਐਗਜ਼ਾਮਪਲ ਇੱਕ ਆਪਾਂ ਡੀਸੀ ਲਾਉਣੇ, ਆਪਾਂ ਨੂੰ ਪਤਾ ਹੁੰਦਾ ਵੀ ਉਹ ਆਈਐਸ ਹੋਵੇ, ਆਈਐਸ ਦੇ ਵਿੱਚ ਕਲੀਅਰ ਹੋਇਆ ਹੋਵੇ, ਫਿਰ ਉਹ ਬੰਦਾ ਆਪਾਂ ਦੇਖਦੇ ਹਾਂ ਜੀ, ਉਹਦਾ ਦੇਖ ਕੇ ਸਾਰਾ ਕੁਝ ਤਜਰਬਾ ਦੇਖ ਕੇ ਉਹਨੂੰ ਉਸ ਤਰ੍ਹਾਂ ਡਿਸਟ੍ਰਿਕਟ ਦਿੱਤਾ ਜਾਂਦਾ ਹੈ। ਬਿਲਕੁਲ। ਤੇ ਫਿਰ ਕੁਦਰਤੀ ਤੌਰ ਤੇ ਪੋਲਿਟਿਕਸ ਦੇ ਵਿੱਚ ਵੀ ਲੀਡਰਸ ਨੂੰ ਅੱਗੇ ਲਿਆਉਣ ਵਾਸਤੇ ਉਹਨਾਂ ਦਾ ਕੋਈ ਮਾਪਦੰਡ ਤਾਂ ਹੋਵੇ। ਸਾਡਾ ਤਾਂ ਕੋਈ